हाँ जी बई प्यारे साथियों, सत श्री अकाल साਰਿਆਂ ਨੂੰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਅਗਲੀ ਕਲਾਸ ਦੇ ਵਿੱਚ। ਤੇ ਆਪਾਂ ਸੁਪਰ ਫਾਸਟ ਰਿਵੀਜ਼ਨ ਜਿਹੜੀ ਆ ਉਹ ਕਰਦੇ ਪਏ ਆ। ਕੰਟੈਂਟ ਮੇਰਾ ਤੁਹਾਨੂੰ ਪਤਾ ਆ ਐਨਸੀਈਆਰਟੀ ਦਾ ਕੰਟੈਂਟ ਆ, ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਪੂਰਾ ਦਾ ਪੂਰਾ ਹੱਥਾਂ ਨਾਲ ਲਿਖ ਕੇ ਜਿਹੜਾ ਵਾ ਮੈਂ ਤੁਹਾਨੂੰ ਡਿਲੀਵਰ ਕਰ ਰਹੀ ਆ। ਆਪਣੀ ਸਟੱਡੀ ਐਪ ਵੀ ਜਿਹੜੀ ਆ ਉਹ ਬਣ ਚੁੱਕੀ ਆ, ਤਾਂ ਨੋਟਸ ਜਿਹੜੇ ਆ ਬੜੇ ਬੱਚੇ ਲੈ ਚੁੱਕੇ ਨੇ। ਜੇਕਰ ਅਜੇ ਤਾਈਂ ਤੁਸੀਂ ਮੇਰੇ ਨੋਟਸ ਜਿਹੜੇ ਨੇ ਉਹ ਨਹੀਂ ਲਏ ਤਾਂ ਤੁਸੀਂ 7814399144 ਨੰਬਰ ਤੇ ਮੈਸੇਜ ਕਰਕੇ ਮੇਰੇ ਐਸਐਸਟੀ ਦੇ ਨੋਟਸ ਲੈ ਸਕਦੇ ਹੋ, ਜੇਕਰ ਤੁਸੀਂ ਐਨਸੀਈਆਰਟੀ ਨੂੰ ਪੰਜਾਬੀ ਮੀਡੀਅਮ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਤਾਂ। ਠੀਕ ਹੈ ਜੀ। ਤੇ ਆਪਾਂ 7th ਕਲਾਸ ਦੀ ਜੀਓਗ੍ਰਾਫੀ ਜਿਹੜੀ ਸੀ ਉਹਦੀ ਸੁਪਰ ਫਾਸਟ ਰਿਵੀਜ਼ਨ ਥਿਊਰੀ ਦੀ ਸਟਾਰਟ ਕੀਤੀ ਸੀ। ਆਪਾਂ 4 ਚੈਪਟਰ ਕੱਲ ਵਾਲੀ ਕਲਾਸ ਦੇ ਵਿੱਚ ਕਰ ਚੁੱਕੇ ਸੀ। ਅੱਜ ਆਪਾਂ ਕੋਸ਼ਿਸ਼ ਕਰਾਂਗੇ ਵੀ 7th ਕਲਾਸ ਦੀ ਜੀਓਗ੍ਰਾਫੀ ਸਾਰੀ ਆਪਾਂ ਨਿਬੇੜ ਦਈਏ, ਕਿਉਂਕਿ ਇਹ ਆਪਣੀ ਰਿਵੀਜ਼ਨ ਆ। ਪਹਿਲਾਂ ਤਾਂ ਆਪਾਂ ਸਾਰਾ ਕੰਟੈਂਟ ਕਵਰ ਕੀਤਾ, ਹੁਣ ਆਪਣੀ ਇਹ ਰਿਵੀਜ਼ਨ ਚੱਲਦੀ ਪਈ ਆ। ਤੇ ਆਪਾਂ ਚੱਲਦੇ ਆ ਤੇ ਆਪਾਂ ਇੱਕ ਵਾਰੀ ਦੇਖ ਲਈਏ ਵੀ ਆਪਾਂ ਕਿੱਥੇ ਕੁ ਸੀਗੇ। ਆਪਾਂ ਵਾਯੂਮੰਡਲ ਦੀਆਂ ਪਰਤਾਂ ਵੀ ਕਰ ਲਈਆਂ ਸੀ। ਠੀਕ ਹੈ ਜੀ, ਪਰਤਾਂ ਪੁਰਤਾਂ ਦਾ ਸਭ ਕਰ ਲਈਆਂ ਸੀ। ਤੇ ਉਸ ਤੋਂ ਬਾਅਦ ਆਪਾਂ ਬਿਲਕੁਲ ਆਪਾਂ ਕਰਨਾ ਸੀ ਆਹ ਵਾਲਾ ਚੈਪਟਰ, ਜਿਹੜਾ ਸਾਡਾ ਵਾਯੂਮੰਡਲ ਚੌਥਾ ਚੈਪਟਰ ਆ, ਭਾਗ ਦੂਜੇ ਦਾ ਚੌਥਾ ਚੈਪਟਰ, ਪੌਣਾਂ ਦੀਆਂ ਕਿਸਮਾਂ, ਵਰਖਾ ਦੀਆਂ ਕਿਸਮਾਂ। ਇਹ ਵੈਸੇ ਆਸਾਨ ਆ, ਇੰਨਾ ਔਖਾ ਨਹੀਂ ਆ, ਪਰ ਪੇਪਰ ਦੇ ਵਿੱਚ ਕੁਐਸਚਨ ਇਹਨਾਂ ਦੇ ਵਿੱਚੋਂ ਬਹੁਤ ਟੇਢੇ ਜਿਹੇ ਬਣਦੇ ਆ। ਠੀਕ ਹੈ ਜੀ। ਤੇ ਆਪਾਂ ਸੁਪਰ ਫਾਸਟ ਰਿਵੀਜ਼ਨ ਜਿਹੜੀ ਆ ਸਟਾਰਟ ਕਰਦੇ ਆ। ਤਾਂ ਆਉਣ ਸਾਰੀ ਜਿਹੜਾ ਵਾ ਕਲਾਸ ਨੂੰ ਲਾਈਕ ਕਰ ਦਿਆ ਕਰੋ। ਲਾਈਵ ਚੈਟ ਰੁਕਣੀ ਨਹੀਂ ਚਾਹੀਦੀ, ਸੁਸਤ ਬਹਿਣ ਦੇ ਲਾਈਵ ਚੈਟ ਜਮਾ ਹੀ ਇੱਦਾਂ ਬੰਦ ਪਈ ਹੁੰਦੀ ਆ, ਕੋਈ ਫਾਇਦਾ ਨਹੀਂ YouTube ਤੇ ਤੁਹਾਡੇ ਲਈ ਇੰਨੀ ਮਿਹਨਤ ਦੇ ਨਾਲ ਕੰਟੈਂਟ ਤਿਆਰ ਕਰਵਾਉਣ ਦਾ। ਜੇ ਮੈਂ ਚਾਹੁੰਦੀ ਤੇ ਥਿਊਰੀ ਕਲਾਸਿਸ ਜਿਹੜੀਆਂ ਵਾ ਮੈਂ ਐਪ ਤੇ ਵੀ ਸ਼ਿਫਟ ਕਰ ਸਕਦੀ ਸੀ, ਪੇਡ ਵੀ ਦੇ ਸਕਦੀ ਸੀ, ਪਰ ਜਿੱਦਾਂ ਦਾ ਮੇਰਾ ਦਿਲ ਆ ਨਾ, ਲੱਗਦਾ ਤੁਹਾਡਾ ਦਿਲ ਉਦਾਂ ਦਾ ਹੈ ਨਹੀਂ। ਤੇ ਆਉਂਦੇ ਅਗਲੇ ਸਾਲ ਨੂੰ ਮੈਨੂੰ ਸਾਰਾ ਕੁਝ ਨਹੀਂ ਲੱਭਣਾ, ਫਿਰ YouTube ਤੇ ਮੈਂ ਪ੍ਰਾਈਵੇਟ ਕਰ ਦੂੰ ਸਾਰਾ। ਠੀਕ ਹੈ, ਕੋਈ ਪਤਾ ਨਹੀਂ ਕੱਲ ਕਰਦਾ। ਜੇਕਰ ਅੱਜ ਵੀ ਰਿਸਪੌਂਸ ਤੁਹਾਡਾ ਇਦਾਂ ਦਾ ਰਿਹਾ, ਮੈਂ 101% ਤੁਹਾਡੇ ਲਈ ਮਿਹਨਤ ਦਿਖਾਉਣੀ ਆ, ਤੁਸੀਂ 0% ਦਿਖਾਉਣੇ ਹੋ। ਠੀਕ ਆ, ਤਾਂ ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟ ਜਿਹੜੇ ਆ ਉਹ ਲੈ ਕੇ ਆਓ। ਤੇ ਸਪੋਰਟ ਜਿਹੜੀ ਆ ਉਹ ਰਾਜੇ ਤੁਹਾਡੀ ਜ਼ਰੂਰੀ ਆ, ਫੀਡਬੈਕ ਤੁਹਾਡੀ ਬਹੁਤ ਜ਼ਿਆਦਾ ਜ਼ਰੂਰੀ ਆ। ਆ ਜਾਓ ਜੀ ਵਾਯੂ ਦਾਬ ਤੇ। ਜਦੋਂ ਅਸੀਂ ਵਾਯੂ ਦਾਬ ਦੀ ਗੱਲ ਕਰਦੇ ਆ ਤਾਂ ਰਾਜੇ ਹਵਾ ਕਈ ਗੈਸਾਂ ਦਾ ਮਿਸ਼ਰਣ ਹੈ, ਤੇ ਇਸੇ ਕਰਕੇ ਹਵਾ ਵਿੱਚ ਭਾਰ ਹੁੰਦਾ। ਹਵਾ ਦੇ ਵਿੱਚ ਗੈਸਾਂ ਵਾ, ਹਵਾ ਦਾ ਭਾਰ ਇਸੇ ਕਰਕੇ ਹੁੰਦਾ। ਇਸੇ ਨੂੰ ਹੀ ਵਾਯੂ ਦਾਬ ਕਹਿੰਦੇ ਆ। ਵਾਯੂ ਪਲੱਸ ਦਾਬ, ਦਾਬ ਮਤਲਬ ਭਾਰ, ਵਾਯੂ ਮਤਲਬ ਹਵਾ। ਹਵਾ ਦੇ ਦਬਾਅ ਨੂੰ ਮਾਪਣ ਲਈ ਬੈਰੋਮੀਟਰ ਦੀ ਵਰਤੋਂ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਬੈਰੋਮੀਟਰ ਬਾਰੇ ਪੁੱਛਿਆ ਜਾਵੇ, ਹਵਾ ਦੇ ਵਿੱਚ ਦਬਾਅ ਕਿੰਨਾ ਕੁ ਆ, ਹਵਾ ਦਾ ਭਾਰ ਕਿੰਨਾ ਕੁ ਆ, ਇਹਦੇ ਬਾਰੇ ਮਾਪਿਆ ਜਾਂਦਾ ਬੈਰੋਮੀਟਰ ਦੇ ਨਾਲ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਠੀਕ ਹੈ ਜੀ। ਆਪਾਂ ਫਾਸਟ ਹੀ ਚੱਲਣਾ ਵਾ, ਜਿਹਨੂੰ ਨਾ ਕੁਝ ਕਿਸੇ ਪੁਆਇੰਟ ਦੀ ਸਮਝ ਆਵੇ ਤੁਸੀਂ ਬੈਕ ਸਕਿਪ ਕਰਕੇ ਦੇਖ ਲਿਓ। ਠੀਕ ਹੈ ਜੀ, ਇਹ ਤੁਹਾਡੇ ਵਾਸਤੇ ਚ ਆ। ਆਪਾਂ ਸੁਪਰ ਫਾਸਟ ਚੱਲੀ ਜਾਣਾ, ਕਿਉਂਕਿ ਕੰਟੈਂਟ ਆਪਣਾ ਬਹੁਤ ਜ਼ਿਆਦਾ, ਟਾਈਮ ਆਪਣੇ ਕੋਲ ਘੱਟ ਆ, ਤੇ ਆਪਾਂ ਪੂਰੀ ਥਿਊਰੀ ਦੀ ਦੁਬਾਰਾ ਰਿਵੀਜ਼ਨ ਕਰਨੀ ਆ। ਇਸ ਕਰਕੇ ਆਪਾਂ ਇੱਧਰ ਉੱਧਰ ਦਾ ਜ਼ਿਆਦਾ ਸਲੋ ਮੋਸ਼ਨ 'ਚ ਚੱਲ ਕੇ ਆਪਾਂ ਟਾਈਮ ਵੇਸਟ ਜਿਹੜਾ ਉਹ ਨਹੀਂ ਕਰਨਾ। ਪੌਣਾ ਤੇ ਆ ਜਾਓ, ਪੌਣਾ ਜਾਂ ਪਵਨ। ਹਵਾ ਹਮੇਸ਼ਾ ਵੱਧ ਵਾਯੂ ਦਾਬ ਤੋਂ ਘੱਟ ਵਾਯੂ ਦਾਬ ਵੱਲ ਚੱਲਦੀ ਆ। ਵਾਯੂ ਦਾਬ ਖੇਤਰਾਂ ਨੂੰ ਮਿਲਾਉਣ ਵਾਲੇ ਰੇਖਾ ਨੂੰ ਸਮ ਵਾਯੂ ਦਾਬ ਰੇਖਾ ਕਹਿੰਦੇ ਆ। ਠੀਕ ਹੈ, ਕਰਾਇਆ ਹੈ ਨਾ ਜਿੰਨਾ ਬੱਚਿਆਂ ਨੇ ਮੇਰੇ ਕੋਲ ਬੋਰਡ ਤੇ ਸਮਝਿਆ ਸੀ। ਵੱਧ ਵਾਯੂ ਦਾਬ ਤੋਂ ਘੱਟ ਵਾਯੂ ਦਾਬ, ਜੇ ਵੱਧ ਵਾਯੂ ਦਾਬ ਆ ਅੰਦਰ ਘੱਟ ਵਾਯੂ ਦਾਬ ਆ ਤੇ ਏਦਾਂ ਏਦਾਂ ਕਰਕੇ ਅੰਦਰ ਨੂੰ ਚੱਲੂਗੀ। ਤੇ ਜੇ ਅੰਦਰ ਵੱਧ ਵਾਯੂ ਦਾਬ ਆ ਬਾਹਰ ਘੱਟ ਵਾਯੂ ਦਾਬ ਆ ਤੇ ਉਲਟੀ ਚੱਲੂਗੀ, ਅੰਦਰ ਤੋਂ ਬਾਹਰ ਵੱਲ ਨੂੰ ਚੱਲੂਗੀ। ਇਹ ਪੁਆਇੰਟ ਮੈਂ ਬਹੁਤ ਬਰੀਕੀ ਦੇ ਨਾਲ ਕਰਵਾਏ ਹੋਏ ਆ। ਠੀਕ ਹੈ ਜੀ, ਤਾਂ ਇਸ ਕਰਕੇ ਇਸ ਪੁਆਇੰਟ ਨੂੰ ਧਿਆਨ ਦੇ ਨਾਲ ਸਮਝਦੇ ਜਾਇਓ। ਠੀਕ ਹੈ। ਸਵਹੀਣ ਪ੍ਰਕਿਰਿਆ ਕੀ ਹੈ ਜੀ? ਭੂਮੱਧ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ, ਜੋ ਕਿ ਸਾਨੂੰ ਸਾਰਿਆਂ ਨੂੰ ਪਤਾ, ਜਿਸ ਕਾਰਨ ਉੱਥੇ ਤਾਪਮਾਨ ਵੱਧ ਜਾਂਦਾ ਵਾ। ਤਾਪਮਾਨ ਵੱਧ ਹੀ ਰਹੂਗਾ ਕਿਉਂਕਿ ਸੂਰਜ ਦੀਆਂ ਸਿੱਧੀਆਂ ਕਿਰਨਾਂ ਜਿਹੜੀਆਂ ਉੱਥੇ ਪੈ ਰਹੀਆਂ। ਤਿੱਖੀ ਗਰਮੀ ਪੈਣ ਨਾਲ ਵਾਯੂ ਦਾਬ ਘਟ ਜਾਂਦਾ, ਮਤਲਬ ਹਵਾ ਦੇ ਵਿੱਚ ਜਿਹੜੀ ਨਮੀ ਆ ਉਹ ਘਟ ਜਾਂਦੀ ਆ। ਕਿਉਂ ਘਟ ਜਾਂਦੀ ਆ? ਨਮੀ ਆ ਤੇ ਹਵਾ ਭਾਰੀ ਹੋਊਗੀ। ਜੇ ਕਿਸੇ ਇਲਾਕੇ ਤੇ ਗਰਮੀ ਆ ਜਾਂ ਉੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈ ਰਹੀਆਂ ਤੇ ਵਾਯੂ ਦਾਬ ਘਟ ਜੂਗਾ। ਵਾਯੂ ਦਾਬ ਘਟ ਜੂਗਾ ਮਤਲਬ ਨਮੀ ਜਿਹੜੀ ਉਹ ਘਟ ਜੂਗੀ, ਉਹਦੇ ਵਿੱਚੋਂ ਹਵਾ ਪਤਲੀ ਹੋ ਜੂ। ਠੀਕ ਹੈ।
ਇਸੇ ਕਰਕੇ ਪੌਣਾ ਗਰਮ ਹੋ ਕੇ ਉੱਪਰ ਉੱਠਦੀਆਂ। ਫਿਰ ਭੂ-ਮੱਧ ਰੇਖਾ ਤੇ ਪੌਣਾ ਜਦੋਂ ਉਹਨਾਂ ਦਾ ਵਾਯੂ ਦਾਬ ਘਟ ਜਾਂਦਾ, ਨਮੀ ਉਹਨਾਂ ਦੇ ਵਿੱਚ ਰਹਿੰਦੀ ਨਹੀਂ ਕਿਉਂਕਿ ਉੱਥੇ ਗਰਮੀ ਆ, ਤਾਪਮਾਨ ਵੱਧਦਾ, ਤਾਂ ਉਹਨਾਂ ਦੇ ਵਿੱਚੋਂ ਕੀ ਹੁੰਦਾ, ਹਵਾ ਜਿਹੜੀ ਆ ਉਹ ਗਰਮ ਹੋ ਕੇ ਉੱਪਰ ਉੱਠ ਜਾਂਦੀ ਆ। ਉੱਪਰ ਜਾ ਕੇ ਉਹ ਜਲ ਕਣਾਂ ਦਾ ਰੂਪ ਧਾਰਨ ਕਰ ਲੈਂਦੀ, ਉੱਪਰ ਜਾ ਕੇ ਉਹ ਜਲ ਕਣਾਂ ਦਾ ਰੂਪ ਧਾਰਨ ਕਰ ਲੈਂਦੀ ਆ। ਤੇ ਇਹ ਪੌਣਾ ਜਿਹੜੀਆਂ ਵਾ ਬੜੇ ਜ਼ੋਰ ਦੇ ਨਾਲ, ਕਿਉਂਕਿ ਜਦੋਂ ਉੱਤੇ ਜਾ ਕੇ ਜਲ ਕਣਾਂ ਦਾ ਰੂਪ ਧਾਰਨ ਕਰ ਲੈਂਦੀ ਆ ਤੇ ਉਹ ਜਲ ਕਣ ਜਿਹੜੇ ਆ ਉਹ ਉਹਦੇ ਵਿੱਚ ਸਮਾਉਣ ਦੀ ਸਮਰੱਥਾ ਨਹੀਂ ਰੱਖ ਪਾਉਂਦੇ, ਉਹ ਬਾਰਿਸ਼ ਦੇ ਰੂਪ ਵਿੱਚ ਬੜਾ ਗਰਜ ਗਰਜ ਕੇ ਹੇਠਾਂ ਡਿੱਗਦੇ ਆ। ਠੀਕ ਹੈ, ਸਵਹੀਣ ਪ੍ਰਕਿਰਿਆ ਦੇ ਵਿੱਚ ਜਿਹੜੀ ਵਰਖਾ ਹੁੰਦੀ ਆ ਉਹ ਬਹੁਤ ਗਰਜ ਗਰਜ ਕੇ ਹੁੰਦੀ ਆ। ਸਮਝ ਲੱਗ ਗਈ ਸਵਹੀਣ ਪ੍ਰਕਿਰਿਆ ਦੀ? ਓਕੇ ਜੀ, ਮੈਨੂੰ ਪਤਾ ਤੁਹਾਨੂੰ ਸਮਝ ਆ ਗਈ ਕਿਉਂਕਿ ਆਪਾਂ ਸਮਝਾਉਣੇ ਹੀ ਇਦਾਂ ਹੁੰਨੇ ਆ। ਡੋਲ ਡਰਮਸ ਤੇ ਆ ਜਾਓ, ਲਾਈਵ ਚੈਟ ਰੁਕਣੀ ਨਹੀਂ ਚਾਹੀਦੀ। ਮੈਂ ਕੱਲ ਤੋਂ ਕਲਾਸ ਬੰਦ ਕਰ ਦੇਣੀ ਆ ਜੇ ਲਾਈਵ ਚੈਟ ਰੁਕੀ, ਜੇ ਤੁਹਾਡੀ ਸਪੋਰਟ ਰੁਕੀ। ਮੈਨੂੰ 50 ਤੋਂ ਪਾਰ ਦਾ ਅੰਕੜਾ ਜਿਹੜਾ ਵਾ ਉਹ ਚਾਹੀਦਾ। ਡੋਲ ਡਰਮਸ ਕੀ ਆ? ਵਾਯੂ ਦਾਬ ਘੱਟ ਅਤੇ ਤਾਪਮਾਨ ਵੱਧ। ਵਾਯੂ ਦਾਬ ਘੱਟ, ਹਵਾ ਭਾਰੀ ਘੱਟ ਹੋਵੇ, ਤਾਪਮਾਨ ਜ਼ਿਆਦਾ ਹੋਵੇ। ਮਤਲਬ ਇਹ ਹਵਾ ਜਿਹੜੀ ਆ ਉਹ ਪਤਲੀ ਆ, ਠੀਕ ਆ, ਠੰਡੀ ਹਵਾ ਨਹੀਂ ਹੈਗੀ, ਤਾਪਮਾਨ ਗਰਮ ਆ। ਸਮਝ ਲੱਗ ਗਈ? ਹਵਾ ਜਿਹੜੀ ਆ ਉਹ ਜ਼ਿਆਦਾ ਠੰਡੀ ਨਹੀਂ ਆ ਤੇ ਤਾਪਮਾਨ ਜ਼ਿਆਦਾ, ਮਤਲਬ ਗਰਮੀ ਵਾਲੇ ਮੌਸਮ ਦੀ ਗੱਲ ਹੋ ਰਹੀ ਆ। ਤੇ ਤਾਪਮਾਨ ਵੱਧ, ਦੱਖਣ ਉੱਤਰ ਤੋਂ ਦੱਖਣ ਬਣੀ ਇਸ ਦਬਾਅ ਦੀ ਪੇਟੀ ਨੂੰ ਵਾਯੂ ਦਾਬ ਕਹਿੰਦੇ ਹਨ। ਮਤਲਬ ਇਹ ਉੱਤਰ ਤੋਂ ਲੈ ਕੇ ਦੱਖਣ ਤੱਕ, ਉੱਤਰ ਤੋਂ ਦੱਖਣ ਤੱਕ ਲੈ ਕੇ ਜਿਹੜੀ ਸਾਡੀ ਦਿਸ਼ਾ ਆ, ਜੇਕਰ ਉੱਥੇ ਵਾਯੂ ਦਾਬ ਘੱਟ ਆ ਤੇ ਤਾਪਮਾਨ ਜ਼ਿਆਦਾ ਵਾ, ਉਹਨੂੰ ਅਸੀਂ ਦਬਾਅ ਦੀ ਪੇਟੀ ਕਹਿੰਦੇ ਆ ਕਿਉਂਕਿ ਉੱਥੇ ਦਬਾਅ ਦੀ ਪੇਟੀ ਬਣੀ ਰਹਿੰਦੀ ਹੈ। ਦਬਾਅ ਦੀ ਪੇਟੀ ਕਿਉਂ ਬਣੀ ਰਹਿੰਦੀ ਆ? ਹੁਣ ਹਵਾ ਦੇ ਵਿੱਚ ਭਾਰ ਨਹੀਂ ਹੈਗਾ, ਨਮੀ ਨਹੀਂ ਹੈਗੀ ਹਵਾ ਦੇ ਵਿੱਚ, ਤੇ ਨਮੀ ਨਹੀਂ ਹੈਗੀ ਇਹਦਾ ਮਤਲਬ ਵੀ ਤਾਪਮਾਨ ਘੱਟ, ਤਾਪਮਾਨ ਜ਼ਿਆਦਾ ਹੋਊਗਾ, ਗਰਮੀ ਹੋਊਗੀ। ਇਸ ਕਰਕੇ ਉੱਥੇ ਦਬਾਅ ਦੀ ਪੇਟੀ ਬਣੀ ਰਹਿੰਦੀ ਆ। ਇਸੇ ਨੂੰ ਹੀ ਅਸੀਂ ਡੋਲ ਡਰਮਸ ਕਹਿੰਦੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਅੱਗੇ ਆ ਜਾਓ, ਮੌਸਮੀ ਪੌਣਾ। ਮੌਸਮੀ ਪੌਣਾ ਇਹ ਮੌਸਮ ਦੇ ਅਨੁਸਾਰ ਆਉਂਦੀਆਂ ਨੇ। ਇਹ ਦੋ ਤਰ੍ਹਾਂ ਦੀਆਂ, ਦੇਖਦੇ ਹਾਂ ਜੀ ਆਪਾਂ ਕਿਹੜੀਆਂ ਕਿਹੜੀਆਂ ਵਾ। ਆਪਾਂ ਇਹਨਾਂ ਨੂੰ ਥੋੜਾ ਜਿਹਾ ਕਰ ਲਈਏ ਜ਼ੂਮ। ਵੇਖੋ ਜੀ, ਇੱਕ ਤੇ ਸਾਡੀਆਂ ਹੈਗੀਆਂ ਜੀ ਗਰਮੀ ਦੀਆਂ ਮੌਸਮੀ ਪੌਣਾ। ਜਿਹੜੀਆਂ ਸਾਡੀਆਂ ਗਰਮੀ ਦੀਆਂ ਮੌਸਮੀ ਪੌਣਾ ਆ, ਇਹਨਾਂ ਪੌਣਾ ਦਾ ਵਹਾਅ ਸਮੁੰਦਰ ਤੋਂ ਧਰਤੀ ਵੱਲ, ਮਤਲਬ ਜਿਹੜੀਆਂ ਗਰਮੀ ਦੀਆਂ ਮੌਸਮੀ ਪੌਣਾ, ਗਰਮੀ ਦੀ ਮੌਸਮ ਦੇ ਵਿੱਚ ਜਿਹੜੀਆਂ ਹਵਾਵਾਂ ਚੱਲਦੀਆਂ ਉਹ ਸਮੁੰਦਰ ਤੋਂ ਧਰਤੀ ਵੱਲ ਚੱਲਦੀਆਂ। ਇਹ ਗਰਮੀ ਦੀਆਂ ਮੌਸਮੀ ਪੌਣਾ ਹਨ। ਇਹ ਜੁਲਾਈ ਤੋਂ ਸਤੰਬਰ ਵਿੱਚ ਆਉਂਦੀਆਂ ਹਨ। ਧਿਆਨ ਦੇ ਵਿੱਚ ਰੱਖਿਓ, ਸਾਡੇ ਜਿਹੜੇ ਜੁਲਾਈ ਤੋਂ ਸਤੰਬਰ ਤੱਕ ਜਿੰਨੀ ਵੀ ਵਰਖਾ ਸਾਡੇ ਹੁੰਦੀ ਆ ਉਹ ਗਰਮੀ ਦੀਆਂ ਮੌਸਮੀ ਪੌਣਾ ਕਰਕੇ ਹੁੰਦੀ ਆ, ਕਿਉਂਕਿ ਹਵਾ ਜਿਹੜੀ ਆ ਉਹ ਸਮੁੰਦਰ ਤੋਂ ਉੱਠਦੀ ਧਰਤੀ ਵੱਲ ਚੱਲਦੀ ਆ। ਬਹੁਤ ਨਮੀ ਹੁੰਦੀ ਆ ਇਹਦੇ ਵਿੱਚ। ਜਿਹੜੀ ਸਾਡਾ ਮੌਨਸੂਨ ਸੀਜ਼ਨ ਆਉਂਦਾ ਜੁਲਾਈ ਸਤੰਬਰ ਦੇ ਵਿੱਚ, ਉਹ ਗਰਮੀ ਦੀਆਂ ਮੌਸਮੀ ਪੌਣਾ ਦੇ ਨਾਲ ਆਉਂਦਾ। ਦੱਖਣੀ ਏਸ਼ੀਆ, ਦੱਖਣੀ ਏਸ਼ੀਆ ਜਿਹੜਾ ਮਹਾਂਦੀਪ ਆ, ਜਿਹਦੇ ਵਿੱਚ ਸਾਡਾ ਭਾਰਤ ਵੀ ਆ ਜਾਂਦਾ ਵਾ, ਇਹ ਜਿਹੜਾ ਵਾ ਇਸ ਮਾਨਸੂਨ ਦੇ ਚੱਕਰ ਦੇ ਵਿੱਚ ਆਉਂਦਾ। ਸਮਝ ਲੱਗ ਗਈ? ਮੈਨੂੰ ਪਤਾ ਲੱਗ ਗਈ ਕਿਉਂਕਿ ਆਪਾਂ ਸਮਝਾਉਣੇ ਹੀ ਇਦਾਂ ਵਾ। ਇਸ ਕਰਕੇ ਕਲਾਸ ਨੂੰ ਲਾਈਕ ਕਰਕੇ ਜਿਹੜਾ ਵਾ ਉਹ ਰੱਖਣਾ ਪਹਿਲਾਂ ਹੀ। 2 ਵਾਰੀ ਨਹੀਂ ਲਾਈਕ ਕਰਨਾ, ਇੱਕੋ ਵਾਰੀ ਲਾਈਕ ਕਰਨਾ। ਅੱਗੇ ਆ ਜਾਓ, ਸਰਦੀ ਦੀਆਂ ਮੌਸਮੀ ਪੌਣਾ। ਇਹ ਪੌਣਾ ਧਰਤੀ ਤੋਂ ਸਮੁੰਦਰ ਵੱਲ ਚੱਲਦੀਆਂ। ਸਿਸਟਮ ਉਲਟਾ ਕਰ ਦੇਣਾ। ਮੈਂ ਇਦਾਂ ਦੇ ਕਨਸੈਪਟ ਤੁਹਾਨੂੰ ਜਿਓਗ੍ਰਾਫੀ ਦੇ ਵਿੱਚ ਬਹੁਤ ਕਰਵਾਏ ਆ। ਜਿਹੜੀਆਂ ਸਾਡੀਆਂ ਸਰਦੀ ਦੀਆਂ ਮੌਸਮੀ ਪੌਣਾ ਇਹ ਬਿਲਕੁਲ ਉਲਟੀਆਂ। ਗਰਮੀ ਦੇ ਵਿੱਚ ਗਰਮੀ ਦੀਆਂ ਮੌਸਮੀ ਪੌਣਾ ਸਮੁੰਦਰ ਤੋਂ ਧਰਤੀ ਵੱਲ ਚੱਲਦੀਆਂ ਸੀ, ਪਰ ਜਿਹੜੀਆਂ ਸਰਦੀ ਦੀਆਂ ਮੌਸਮੀ ਪੌਣਾ ਵਾ ਇਹ ਰਾਜੇ ਧਰਤੀ ਤੋਂ ਸਮੁੰਦਰ ਵੱਲ ਚੱਲਣੀਆਂ ਸ਼ੁਰੂ ਹੋ ਜਾਂਦੀਆਂ। ਇਹ ਅਕਤੂਬਰ ਤੋਂ ਨਵੰਬਰ ਤੱਕ ਚੱਲਦੀਆਂ। ਹੁਣ ਜਿਹੜੀਆਂ ਚੱਲ ਰਹੀਆਂ ਨਾ, ਇਹ ਕਿਹੜੀਆਂ ਜੀ? ਇਹ ਸਰਦੀ ਦੀਆਂ ਮੌਸਮੀ ਪੌਣਾ। ਧਿਆਨ ਦੇ ਵਿੱਚ ਰੱਖਿਓ, ਆਪਣਾ ਹੁਣ ਮੌਸਮ ਇਹੋ ਚੱਲ ਰਿਹਾ ਵਾ, ਤੁਹਾਨੂੰ ਯਾਦ ਰਹਿ ਜਾਊਗਾ। ਆ ਜਿਹੜੀ ਸਾਡੇ ਹੁਣ ਹਵਾ ਚੱਲਦੀ ਨਾ, ਸਾਡੇ ਵਿਹੜਿਆਂ ਦੇ ਵਿੱਚ ਟਰੇਕਾਂ ਕਿੰਨੀ ਇੱਕਦਮ ਹਵਾ ਦੇ ਬੁੱਲੇ ਆਉਂਦੇ, ਤਾਂ ਹੁਣੇ ਝਾੜੂ ਲਾਇਆ ਹੁੰਦਾ, ਫੇਰ ਮੰਗਰੇ ਝਾੜੂ ਫੜਨਾ ਪੈਂਦਾ, ਕਿੰਨੇ ਕਿੰਨੇ ਪੱਤੇ ਜਿਹੜੇ ਉਹ ਡਿੱਗ ਜਾਂਦੇ ਆ। ਤੇ ਕਈ ਵਾਰੀ ਇਹ ਸਰਦੀ ਦੀਆਂ ਮੌਸਮੀ ਪੌਣਾ ਵਰਖਾ ਵੀ ਲੈ ਕੇ ਆ ਜਾਂਦੀਆਂ ਵਾ। ਠੀਕ ਆ, ਹਵਾ ਦੇ ਨਾਲ ਚੱਕਰਵਾਤ ਜੀ ਆਉਂਦੇ ਨਾ, ਹਵਾ ਦੇ ਨਾਲ ਮੀਂਹ ਪੈਂਦਾ। ਹੁਣ ਵੇਖੋ ਬਾਸਮਤੀਆਂ ਝੋਨੇ ਸਾਡੇ ਕਿੰਨੇ ਡਿੱਗ ਗਏ। ਇਹ ਆ ਜੀ ਸਰਦੀ ਦੀਆਂ ਮੌਸਮੀ ਪੌਣਾ, ਅਕਤੂਬਰ ਤੋਂ ਨਵੰਬਰ ਦੇ ਮਹੀਨੇ ਚੱਲਦੀਆਂ। ਮੈਨੂੰ ਪਤਾ ਆਹ ਸਿਸਟਮ ਤਾਂ ਤੁਹਾਨੂੰ ਭੁੱਲਦਾ ਨਹੀਂ ਸਾਰੀ ਜ਼ਿੰਦਗੀ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਸਥਾਨਕ ਪੌਣਾ ਤੇ। ਜਿਹੜੀਆਂ ਜੀ ਸਾਡੀਆਂ ਸਥਾਨਕ ਪੌਣਾ ਇਹ ਵੀ ਅੱਗੋਂ 2 ਤਰ੍ਹਾਂ ਦੀਆਂ। ਠੀਕ ਹੈ ਜੀ। ਪਹਿਲਾਂ ਅਸੀਂ ਕੱਲੀਆਂ ਹਵਾ ਦੀ ਗੱਲ ਕੀਤੀ ਸੀ, ਗਰਮੀ ਦੀਆਂ ਮੌਸਮੀ ਪੌਣਾ
ਕੱਲੀਆਂ ਪੌਣਾਂ ਦੀ ਗੱਲ ਕੀਤੀ ਸੀ, ਜਿਹੜੀਆਂ ਕਿ ਦੋ ਤਰ੍ਹਾਂ ਦੀਆਂ ਸੀ, ਗਰਮੀ ਦੀਆਂ ਮੌਸਮੀ ਪੌਣਾਂ ਤੇ ਸਰਦੀ ਦੀਆਂ। ਹੁਣ ਅਸੀਂ ਸਥਾਨਕ ਪੌਣਾਂ ਦੀ ਗੱਲ ਕਰ ਰਹੇ ਹਾਂ, ਓਨਲੀ ਪੌਣਾਂ ਨਹੀਂ, ਉਹ ਤਾਂ ਅਸੀਂ ਕਰ ਲਈਆਂ। ਸਥਾਨਕ ਪੌਣਾਂ ਦੋ ਤਰ੍ਹਾਂ ਦੀਆਂ, ਇਹ ਹੈਗੀਆਂ ਜੀ ਜਲ ਸਮੀਰ ਤੇ ਥਲ ਸਮੀਰ। ਹੁਣ ਤੁਸੀਂ ਜਲ ਸਮੀਰ ਤੇ ਆ ਜਾਓ। ਦਿਨ ਵੇਲੇ ਧਰਤੀ ਸਮੁੰਦਰ ਨਾਲੋਂ ਜ਼ਿਆਦਾ ਗਰਮ ਹੁੰਦੀ ਆ, ਦਿਨ ਵੇਲੇ ਸੂਰਜ ਦੇ ਕਾਰਨ ਧਰਤੀ ਸਮੁੰਦਰ ਨਾਲੋਂ ਜ਼ਿਆਦਾ ਗਰਮ ਆ। ਕਹਿੰਦੇ ਥਲ ਉੱਤੇ ਦਬਾਅ ਘਟ ਜਾਂਦਾ, ਥਲ ਉੱਤੇ ਮਤਲਬ ਧਰਤੀ ਦੀ ਸਤ੍ਹਾ ਤੇ ਦਬਾਅ ਘਟ ਜਾਂਦਾ, ਦਬਾਅ ਘਟ ਜਾਂਦਾ ਮਤਲਬ ਧਰਤੀ ਗਰਮ ਆ, ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈ ਰਹੀਆਂ ਤਾਂ ਕਰਕੇ। ਦਿਨ ਵੇਲੇ ਸਮੁੰਦਰ ਵੱਲ ਠੰਡੀ ਹਵਾ ਚੱਲਦੀ ਆ, ਮਤਲਬ ਧਰਤੀ ਤੋਂ ਸਮੁੰਦਰ ਵੱਲ ਤੁਰੇ ਜਾਵਾਂਗੇ ਤੇ ਹਵਾ ਠੰਡੀ ਹੁੰਦੀ ਜਾਊ, ਕਿਉਂਕਿ ਅਸੀਂ ਗਰਮ ਸਤ੍ਹਾ ਤੋਂ ਸਮੁੰਦਰ ਵੱਲ ਜਾ ਰਹੇ ਹਾਂ। ਜਿਵੇਂ ਜਿਵੇਂ ਅਸੀਂ ਸਮੁੰਦਰ ਵੱਲ ਤੁਰੇ ਜਾਵਾਂਗੇ ਹਵਾ ਠੰਡੀ ਹੁੰਦੀ ਜਾਊਗੀ। ਇਹਨੂੰ ਅਸੀਂ ਕੀ ਕਹਿ ਦਿੰਦੇ ਆ? ਇਹਨੂੰ ਹੀ ਤਾਂ ਅਸੀਂ ਜਲ ਸਮੀਰ ਕਹਿ ਦਿੰਦੇ ਆ। ਸਮਝ ਲੱਗ ਗਈ ਠੀਕ ਹੈ। ਜਿਹਨੂੰ ਨਹੀਂ ਲੱਗੀ ਦੁਬਾਰਾ ਪਿੱਛੇ ਸਕਿਪ ਕਰ ਲਿਓ, ਆਪਾਂ ਸਲੋ ਨਹੀਂ ਚੱਲਣਾ। ਥਲ ਸਮੀਰ ਤੇ ਆ ਜਾਓ। ਕਹਿੰਦੇ ਰਾਤ ਵੇਲੇ ਸਿਸਟਮ ਜਮਾ ਹੀ ਉਲਟਾ, ਕੋਈ ਏਦਾਂ ਦਾ ਹੈਗੀ ਚੀਜ਼ ਜਿਹੜੀ ਸਮਝਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੋਵੇ? ਇਹ ਕੋਈ ਮੈਥ ਸਾਇੰਸ ਤਾਂ ਹੈ ਨਹੀਂ, ਬਹੁਤ ਇੰਟਰਸਟਿੰਗ ਆ ਯਾਰ ਜਿਓਗ੍ਰਾਫੀ। ਹੁਣ ਥਲ ਸਮੀਰ ਤੇ ਆ ਜਾਓ। ਜਿਵੇਂ ਆਪਾਂ ਗਰਮੀ ਦੀਆਂ ਤੇ ਸਰਦੀ ਦੀਆਂ ਮੌਸਮ ਪੌਣਾਂ ਦੇ ਵਿੱਚ ਸਿਸਟਮ ਉਲਟਾ ਕਰਤਾ ਸੀ, ਉਵੇਂ ਹੀ ਇੱਥੇ ਕਰ ਦੇਣਾ। ਇੱਥੇ ਕੀ ਆ? ਥਲ ਸਮੀਰ ਦੇ ਵਿੱਚ ਕੀ ਆ? ਰਾਤ ਵੇਲੇ ਧਰਤੀ ਠੰਡੀ ਹੋ ਜਾਂਦੀ ਆ ਤੇ ਸਮੁੰਦਰ ਗਰਮ ਹੋ ਜਾਂਦਾ ਵਾ। ਧਰਤੀ ਵੱਲੋਂ ਪੌਣਾ ਸਮੁੰਦਰ ਵੱਲ ਚੱਲਦੀਆਂ, ਜਿਸ ਨੂੰ ਅਸੀਂ ਕੀ ਕਹਿ ਦਿੰਦੇ ਆ? ਥਲ ਸਮੀਰ ਕਹਿ ਦਿੰਦੇ ਆ। ਉਲਟਾ ਸਿਸਟਮ ਕਰ ਦੇਣਾ। ਸਮਝ ਲੱਗ ਗਈ ਇਸ ਚੀਜ਼ ਦੀ? ਲੱਗ ਗਈ, ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਓ ਪੇਜ ਨੰਬਰ 20 ਤੇ, ਤਾਂ ਅੱਗੇ ਆ ਗਏ ਜੀ ਸਾਡੇ ਚੱਕਰਵਾਤ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਚੱਕਰਵਾਤ। ਇਹ ਪੌਣਾ ਦਾ ਅਜਿਹਾ ਚੱਕਰ ਆ, ਕਹਿੰਦੇ ਜਿਸ ਦੇ ਅੰਦਰ ਘੱਟ ਵਾਯੂ ਦਾਬ ਤੇ ਵੱਧ ਬਾਹਰ ਵੱਧ ਵਾਯੂ ਦਾਬ ਹੁੰਦਾ। ਮਤਲਬ ਜੀ ਜਿਹੜੀਆਂ ਚੱਕਰਵਾਤ ਕਿੱਦਾਂ ਹੁੰਦਾ ਵਾ? ਇੱਕ ਹਵਾ ਦਾ ਪੌਣਾ ਦਾ ਚੱਕਰ ਏਦਾਂ ਗੋਲ ਗੋਲ। ਮੈਂ ਥੋੜਾ ਪੈਨ ਲੈ ਲਾਂ, ਤੁਹਾਨੂੰ ਸਮਝਾ ਹੀ ਦੇਵਾਂ। ਇੱਥੇ ਕਾ ਜਾ, ਇੱਕ ਮਿੰਟ ਬਈ, ਠੀਕ ਆ। ਅੰਦਰ ਘੱਟ ਵਾਯੂ ਦਾਬ ਏਦਾਂ ਇੱਕ ਹਵਾ ਦਾ ਚੱਕਰ ਹੁੰਦਾ ਵਾ ਇਸ ਤਰੀਕੇ ਦੇ ਨਾਲ, ਠੀਕ ਹੈ। ਇਹਦੇ ਨਾਲ ਹੁੰਦਾ ਕੀ ਆ? ਅਤੇ ਪੌਣਾ ਵੱਧ ਵਾਯੂ ਦਾਬ ਤੋਂ ਅੰਦਰਲੇ ਘੱਟ ਵਾਯੂ ਦਾਬ ਵੱਲ ਚੱਲਦੀਆਂ। ਮਤਲਬ ਇਹ ਕਿ ਜਿੱਧਰ ਘੱਟ ਵਾਯੂ ਦਾਬ ਹੋਊਗਾ ਹਵਾ ਉਧਰ ਨੂੰ ਚੱਲੂਗੀ, ਜਿੱਧਰ ਵੱਧ ਵਾਯੂ ਦਾਬ ਆ ਉਹਦੇ ਤੋਂ ਉਲਟ ਹੋ ਜੂਗੀ ਹਵਾ, ਠੀਕ ਆ। ਮਤਲਬ ਇਹ ਜਿੱਧਰ ਹਵਾ ਭਾਰੀ ਆ ਉਧਰ ਹਵਾ ਜਾਊਗੀ ਨਹੀਂ, ਜਿੱਧਰ ਹਵਾ ਘੱਟ ਭਾਰੀ ਆ ਉਧਰ ਨੂੰ ਹਵਾ ਆਊਗੀ, ਚੱਕਰ ਉਧਰ ਨੂੰ ਚੱਲੂਗਾ। ਸਮਝ ਲੱਗ ਗਈ? ਉੱਤਰੀ ਅਰਧ ਗੋਲੇ ਵਿੱਚ ਖੱਬਾ ਗੇੜ, ਦੱਖਣੀ ਅਰਧ ਗੋਲੇ ਵਿੱਚ ਸੱਜਾ ਗੇੜ। ਮਤਲਬ ਕਿ ਇਹ ਜਿਹੜਾ ਚੱਕਰਵਾਤ ਆ ਕਲੌਕ ਵਾਈਜ਼ ਘੁੰਮਦਾ। ਜੇਕਰ ਤੁਹਾਨੂੰ ਚੱਕਰਵਾਤ ਦੀ ਤੁਹਾਨੂੰ ਪੁੱਛ ਲਈ ਆ ਕੀ ਇਹਦੀ ਕੰਡੀਸ਼ਨ ਆ, ਤਾਂ ਕਦੀ ਵੀ ਐਂਟੀ ਕਲੌਕ ਵਾਈਜ਼ ਤੇ ਨਹੀਂ ਕਰਨਾ, ਕਿਉਂਕਿ ਹਮੇਸ਼ਾ ਇਹ ਕਲੌਕ ਵਾਈਜ਼ ਚੱਲਦੀਆਂ ਵਾ। ਜੇਕਰ ਉੱਤਰੀ ਅਰਧ ਗੋਲੇ ਵਿੱਚ ਗੇੜ ਪੁੱਛਿਆ ਜਾਵੇ ਤਾਂ ਖੱਬਾ ਗੇੜ, ਜੇਕਰ ਦੱਖਣੀ ਅਰਧ ਗੋਲੇ ਵਿੱਚ ਪੁੱਛਿਆ ਜਾਵੇ ਤਾਂ ਸੱਜਾ ਗੇੜ, ਠੀਕ ਆ ਜੀ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਇਹਨਾਂ ਚੱਕਰਵਾਤਾਂ ਕਾਰਨ ਹੁਣ ਵਰਖਾ ਕਿੱਥੇ ਕਿੱਥੇ ਹੁੰਦੀ ਆ? ਜਿੰਨੇ ਵੀ ਯੂਰਪੀ ਦੇਸ਼ ਆ, ਇਟਲੀ, ਸਪੇਨ, ਪੁਰਤਗਾਲ, ਜਿੰਨੇ ਵੀ ਏਦਾਂ ਦੇ ਦੇਸ਼ ਆ, ਉੱਥੇ ਇਹਨਾਂ ਚੱਕਰਵਾਤਾਂ ਕਾਰਨ ਬਹੁਤ ਜ਼ਿਆਦਾ ਵਰਖਾ ਹੁੰਦੀ ਆ। ਉੱਤਰ ਪੱਛਮੀ ਇਲਾਕਾ, ਭਾਰਤ ਦਾ ਉੱਤਰ ਪੱਛਮ ਵਾਲਾ ਹਿੱਸਾ, ਇੱਥੇ ਵੀ ਇਹਨਾਂ ਚੱਕਰਵਾਤ ਕਾਰਨ ਜਿਹੜੀ ਆ ਉਹ ਵਰਖਾ ਹੁੰਦੀ ਆ। ਹੁਣ ਉੱਤਰੀ ਹਿੱਸੇ ਵਿੱਚ ਆਪਾਂ ਆਉਨੇ ਆ, ਪੰਜਾਬ ਆਉਨੇ ਆ, ਬਿਲਕੁਲ ਇਹਨਾਂ ਚੱਕਰਵਾਤਾਂ ਕਾਰਨ ਹੀ ਤਾਂ ਸਾਡੇ ਵਰਖਾ ਹੁੰਦੀ ਆ। ਜਿਹੜੀ ਹੁਣ ਵਰਖਾ ਹੋਈ ਆ, ਝੋਨੇ ਬਾਸਮਤੀਆਂ ਡਿੱਗ ਗਈਆਂ, ਇਹਨਾਂ ਚੱਕਰਵਾਤਾਂ ਕਾਰਨ ਹੀ ਡਿੱਗੀਆਂ, ਠੀਕ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਅੱਗੇ ਆ ਜਾਓ। ਕਹਿੰਦੇ 1999 ਬਹੁਤ ਇੰਪੋਰਟੈਂਟ। ਕਹਿੰਦੇ ਜੀ 1999 ਦਾ ਟਾਈਮ ਸੀ ਤਾਂ ਉੜੀਸਾ ਦੇ ਵਿੱਚ ਬੰਗਾਲ ਦੀ ਖਾੜੀ ਕੋਲ ਬਹੁਤ ਭਾਰੀ ਚੱਕਰਵਾਤ ਆਇਆ ਸੀ, ਠੀਕ ਆ। ਤੇ ਇਹ ਅਕਤੂਬਰ ਵਿੱਚ ਆਇਆ ਸੀ। ਅਕਤੂਬਰ 1999 ਦੇ ਵਿੱਚ ਬੰਗਾਲ ਦੀ ਖਾੜੀ ਤੇ ਚੱਕਰਵਾਤ ਇਹ ਆਇਆ। ਕਹਿੰਦੇ 260 ਦੀ ਗਤੀ ਨਾਲ ਲਗਾਤਾਰ 36 ਘੰਟੇ। ਤੁਸੀਂ ਇਮੈਜਿਨ ਕਰ ਸਕਦੇ ਹੋ ਕਿੱਦਾਂ ਦਾ ਟਾਈਮ ਹੋਊਗਾ? 260 ਦੀ ਸਪੀਡ ਦੇ ਨਾਲ ਲਗਾਤਾਰ 36 ਘੰਟੇ ਚੱਕਰਵਾਤ ਆਉਂਦਾ ਰਿਹਾ। ਇਹਨੇ ਇੰਨਾ ਜ਼ਿਆਦਾ ਨੁਕਸਾਨ ਕੀਤਾ ਤੇ ਇੰਨੇ ਕੁ ਜ਼ਿਆਦਾ ਬੱਦਲ ਤੇ ਹਨੇਰੀ ਸੀ। ਕਹਿੰਦੇ ਥਾਈਲੈਂਡ ਤੋਂ ਆਰੰਭ ਹੋਇਆ ਸੀ। ਕਿਹੜੇ ਦੇਸ਼ ਤੋਂ ਆਰੰਭ ਹੋਇਆ ਸੀ? ਥਾਈਲੈਂਡ ਤੋਂ ਆਰੰਭ ਹੋ ਕੇ ਵੇਖੋ ਸਾਡੇ ਭਾਰਤ ਦੀ ਸਟੇਟ ਉੜੀਸਾ ਤੱਕ ਆ ਪਹੁੰਚਿਆ ਸੀ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਹ ਚੱਕਰਵਾਤ ਦੀ ਐਗਜ਼ਾਮਪਲ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਪਰਬਤੀ ਪੌਣਾ ਤੇ। ਜਦੋਂ ਅਸੀਂ ਪਰਬਤੀ ਪੌਣਾ ਦੀ ਗੱਲ ਕਰਦੇ ਆ, ਨਵੀਂ, ਠੀਕ ਹੈ। ਜਿਹੜੇ ਆਪਣੇ ਐਪ ਵਾਲੇ ਬੱਚੇ ਆ, ਨੋਟਸ ਦੇ ਵਿੱਚ ਏਦਾਂ ਦੀਆਂ ਮਿਸਟੇਕਾਂ
ਨਾਲੋਂ ਨਾਲ ਜਿਹੜੀਆਂ ਵਾ ਉਹ ਟੈਲੀ ਕਰਦੇ ਜਾਓ, ਡਬਲ ਟ੍ਰਿਪਲ ਫਾਇਦਾ ਆ ਤੁਹਾਡਾ। ਠੀਕ ਹੈ, ਨਵੀਂ ਨਹੀਂ ਨਵੀਂ। ਠੀਕ ਹੈ, ਨਵੀਂ ਭਰੀਆਂ ਪੌਣਾ ਜਦੋਂ ਸਮੁੰਦਰ ਤੋਂ ਧਰਤੀ ਵੱਲ ਚੱਲਦੀਆਂ ਏ, ਪਹਾੜਾਂ ਦੀ ਰੁਕਾਵਟ ਕਾਰਨ ਇਹ ਪੌਣਾ ਉੱਪਰ ਜਾ ਕੇ ਸੰਘਣੀਆਂ ਹੋ ਜਾਂਦੀਆਂ। ਮਤਲਬ ਪਰਬਤੀ ਪੌਣਾ ਪਤਾ ਅਸੀਂ ਕਿਹਨੂੰ ਕਹਿ ਦਿੰਦੇ ਆ? ਜਿਹੜੀਆਂ ਹਵਾਵਾਂ ਪਰਬਤਾਂ ਦੇ ਨਾਲ ਟਕਰਾ ਕੇ ਉੱਪਰ ਉੱਠਦੀਆਂ ਉਹਨਾਂ ਨੂੰ ਅਸੀਂ ਪਰਬਤੀ ਪੌਣਾ ਕਹਿ ਦਿੰਦੇ ਆ। ਵੈਰੀ ਸਿੰਪਲ। ਉੱਪਰ ਜਾ ਕੇ ਇਹ ਸੰਘਣੀਆਂ ਹੋ ਜਾਂਦੀਆਂ ਤੇ ਬਹੁਤ ਜ਼ਿਆਦਾ ਵਰਖਾ ਕਰਦੀਆਂ। ਸੰਘਣੇ ਹੋਣ ਦਾ ਮਤਲਬ ਕੀ ਆ? ਵੀ ਉਹਨਾਂ ਵਿੱਚ ਨਮੀ ਬਹੁਤ ਜ਼ਿਆਦਾ ਆ ਜਾਂਦੀ ਆ। ਜਦੋਂ ਨਮੀ ਆ ਜਾਊਗੀ ਤਾਂ ਉਹ ਨਮੀ ਜਿਹੜੀ ਆ ਉੱਪਰ ਜਦੋਂ ਹਵਾ ਜਦੋਂ ਉੱਪਰ ਚੱਲ ਜੂਗੀ ਤੇ ਉਹ ਹਵਾ ਦੇ ਵਿੱਚ ਇੰਨੀ ਸਮਰੱਥਾ ਨਹੀਂ ਰਹਿ ਪਾਉਣੀ ਵੀ ਉਹ ਨਮੀ ਨੂੰ ਸੰਭਾਲ ਕੇ ਰੱਖੇ। ਫਿਰ ਉਹ ਨਮੀ ਜਿਹੜੀ ਆ ਉਹ ਪਾਣੀ ਦੀਆਂ ਬੂੰਦਾਂ ਦੇ ਵਿੱਚ ਹੇਠਾਂ ਧਰਤੀ ਤੇ ਡਿੱਗਦੀ, ਜਿਹਨੂੰ ਅਸੀਂ ਮੀਂਹ ਕਹਿ ਦਿੰਦੇ ਆ। ਸਮਝ ਲੱਗੀ? ਕਹਿੰਦੇ ਭਾਰਤ ਵਿੱਚ ਵਰਖਾ ਵੀ ਇਹਨਾਂ ਪੌਣਾ ਕਰਕੇ ਹੁੰਦੀ ਆ। ਸਾਡਾ ਭਾਰਤ ਵਿੱਚ ਹਰ ਇੱਕ ਤਰ੍ਹਾਂ ਦੀ ਵਰਖਾ ਹੁੰਦੀ। ਸਾਡੇ ਪਰਬਤੀ ਵਰਖਾ ਵੀ ਹੁੰਦੀ, ਫਿਰ ਸਾਡੇ ਮੌਸਮੀ ਵਰਖਾ ਵੀ ਹੁੰਦੀ। ਠੀਕ ਹੈ, ਚੱਕਰਵਾਤਾਂ ਕਾਰਨ ਵੀ ਸਾਡੇ ਵਰਖਾ ਹੁੰਦੀ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਠੀਕ ਹੈ ਜੀ, ਆ ਗਈ ਸਮਝ ਇਸ ਚੀਜ਼ ਦੀ? ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅਗਲੇ ਚੈਪਟਰ ਤੇ। ਵਾਹ ਜੀ ਵਾਹ, ਅਗਲਾ ਚੈਪਟਰ ਆ ਗਿਆ ਤਾਂ ਇਹਨੂੰ ਵੀ ਆਪਾਂ ਕਰ ਲਈਏ ਥੋੜਾ ਜਿਹਾ ਜ਼ੂਮ। ਠੀਕ ਹੈ ਜੀ, ਵੇਖੋ ਜੀ ਜਲ, ਅਗਲਾ 5ਵਾਂ ਚੈਪਟਰ ਆ ਗਿਆ ਜੀ ਸਾਡਾ ਜਲ। ਜਦੋਂ ਅਸੀਂ ਜਲ ਦੀ ਗੱਲ ਕਰਾਂਗੇ ਤਾਂ ਅਸੀਂ ਨਾਲ ਜਲ ਚੱਕਰ ਨੂੰ ਵੀ ਪੜਾਂਗੇ। ਵਾਸ਼ਪੀਕਰਨ, ਭਾਫ, ਸੰਘਣਾਪਣ, ਬੱਦਲ, ਇਹ ਸਾਰਾ ਕੁਛ ਕੀ ਆ? ਮੀਂਹ ਦਾ ਜਲ ਕਣਾਂ ਦੇ ਰੂਪ ਵਿੱਚ ਧਰਤੀ ਤੇ ਡਿੱਗਣਾ ਤੇ ਵਰਖਾ ਕਰਨਾ, ਇਹ ਸਾਰਾ ਕੁਛ ਜਲ ਚੱਕਰ ਹੈ। ਜਲ ਚੱਕਰ ਕੀ ਆ? ਪਾਣੀ ਭਾਫ ਬਣ ਗਿਆ, ਉਹ ਸੰਘਣਾ ਹੋ ਗਿਆ, ਹਵਾ ਦੇ ਵਿੱਚ ਨਮੀ ਦੇ ਨਾਲ ਉੱਪਰ, ਹਵਾ ਦੇ ਵਿੱਚ ਨਮੀ ਬਣ ਕੇ ਉੱਪਰ ਚਲਾ ਗਿਆ, ਉੱਪਰ ਜਾ ਕੇ ਬੱਦਲ ਬਣ ਗਏ। ਫਿਰ ਉਹ ਬੱਦਲਾਂ ਦੇ ਵਿੱਚ ਨਮੀ ਨਹੀਂ ਸਮਾ ਪਾਈ, ਫਿਰ ਉਹ ਜਲ ਕਣਾਂ ਦੇ ਰੂਪ ਵਿੱਚ ਧਰਤੀ ਤੇ ਡਿੱਗ ਗਿਆ, ਧਰਤੀ ਤੇ ਫਿਰ ਪਾਣੀ ਜਮਾ ਹੋ ਗਿਆ। ਇਹੋ ਤੇ ਜਲ ਚੱਕਰ ਆ। ਸਮਝ ਲੱਗ ਗਈ? ਇਹਨੂੰ ਕਹਿੰਦੇ ਆ ਵੀ ਜਲ ਚੱਕਰ। ਠੀਕ ਹੈ ਜੀ, ਜਲ ਚੱਕਰ ਜਲ ਜਿਹੜਾ ਅੱਗੇ ਦੋ ਪ੍ਰਕਾਰ ਦਾ, ਅਲਵਣ ਜਲ, ਅਵਲਣ ਨਹੀਂ ਅਲਵਣ, ਮਤਲਬ ਲੱਲਾ ਵਾਵਾ ਜਿਹੜਾ ਵਾ ਉਹ ਤੀਜੇ ਨੰਬਰ ਤੇ ਆਉਣਾ। ਸੌਰੀ ਮਿਸਟੇਕ ਆ, ਟੈਲੀ ਕਰ ਲਿਓ ਜਿਹੜੇ ਨੋਟਸ ਵਾਲੇ ਬੱਚੇ ਆ, ਐਪ ਵਾਲੇ। ਠੀਕ ਆ, ਐਪ ਵਾਲੇ ਬੱਚੇ ਨੂੰ ਟੈਲੀ ਕਰ ਲਿਓ। ਠੀਕ ਹੈ ਜੀ, ਅਲਵਣ ਜਲ ਜਿਹੜਾ ਹੈ ਜੀ, ਇਹ ਪਾਣੀ ਵਰਤਣਯੋਗ ਹੁੰਦਾ ਵਾ, ਇਸ ਵਿੱਚ ਨਮਕ ਨਹੀਂ ਹੁੰਦਾ। ਜਿਹੜਾ ਐੜੇ ਦੇ ਨਾਲ ਆ ਗਿਆ ਉਹ ਵਰਤਣਯੋਗ ਹੈ, ਉਹਨੂੰ ਅਸੀਂ ਪੀ ਸਕਦੇ ਹਾਂ, ਪਰ ਇਹ ਬਹੁਤ ਘੱਟ ਮਾਤਰਾ ਦੇ ਵਿੱਚ ਪਾਇਆ ਜਾਂਦਾ। ਜਿਹੜਾ ਲਵਣਤਾ ਵਾਲਾ ਜਲ ਆ, ਜਿਹਦੇ ਨਾਲ ਐੜਾ ਨਹੀਂ ਆ, ਕੱਲਾ ਲਵਣ, ਉਹ ਪਾਣੀ ਖਾਰਾ ਆ, ਉਹਦੇ ਵਿੱਚ ਬਹੁਤ ਜ਼ਿਆਦਾ ਨਮਕ ਆ, 100% ਖਾਰਾ ਪਾਣੀ ਆ। ਠੀਕ ਹੈ ਜੀ, ਉਸ ਤੋਂ ਬਾਅਦ ਅਗਲਾ ਡਾਟਾ ਬਹੁਤ ਜ਼ਿਆਦਾ ਇੰਪੋਰਟੈਂਟ ਬਈ, ਆਹ ਪਰਸੈਂਟੇਜ ਨੋਟ ਕਰਕੇ ਰੱਖ ਲਓ ਬਈ। ਜੇਕਰ ਪੁੱਛਿਆ ਜਾਵੇ ਕਿ ਪੂਰੇ ਵਿਸ਼ਵ ਦੇ ਵਿੱਚ ਮਹਾਸਾਗਰਾਂ ਦੇ ਪਾਣੀ ਦੀ ਪ੍ਰਤੀਸ਼ਤ ਕਿੰਨੀ ਆ? 97.3%। ਜੇਕਰ ਪੁੱਛਿਆ ਜਾਵੇ ਕਿ ਬਰਫਾਂ ਵਾਲਾ ਪਾਣੀ ਪੂਰੇ ਵਿਸ਼ਵ ਵਿੱਚ ਕਿੰਨਾ ਵਾ? 0.20%। ਜੇਕਰ ਪੁੱਛਿਆ ਜਾਵੇ ਭੂਮੀਗਤ ਪਾਣੀ, ਧਰਤੀ ਦੀ ਸਤ੍ਹਾ ਤੇ ਭੂਮੀਗਤ ਪਾਣੀ ਕਿੰਨਾ ਵਾ? 0.068%। ਠੀਕ ਹੈ ਜੀ, ਉਸ ਤੋਂ ਬਾਅਦ ਝੀਲਾਂ ਦਾ ਪਾਣੀ ਜਿਹੜਾ ਵਾ ਉਹ ਕਿਹੜਾ ਵਾ? 0.009%, ਮਤਲਬ ਬਹੁਤ ਘੱਟ। ਤੇ ਸੇਮ ਹੀ ਨਮਕੀਨ ਪਾਣੀ ਤੇ ਝੀਲਾਂ ਵਾਲਾ ਪਾਣੀ। ਠੀਕ ਹੈ ਜੀ, ਵਾਯੂਮੰਡਲ ਤੇ ਜੇਕਰ ਆਪਾਂ ਗੱਲ ਕਰੀਏ ਨਮੀ ਦੀ, ਤਾਂ ਨਮੀ ਵੀ ਇੱਕ ਤਰ੍ਹਾਂ ਦਾ ਪਾਣੀ ਆ, 0.019%। ਤੇ ਜੇਕਰ ਇਹਦੇ ਵਿੱਚੋਂ ਇੰਪੋਰਟੈਂਟ ਪਤਾ ਕੀ ਆ? ਜੇ ਤੁਸੀਂ ਹੁਣ ਸੋਚੋਗੇ ਵੀ ਦੀਦੀ ਇੰਨੀ ਪਰਸੈਂਟੇਜ ਕਿੱਦਾਂ ਯਾਦ ਰੱਖੀਏ, ਸਾਰਾ ਯਾਦ ਰੱਖਣ ਦੀ ਲੋੜ ਨਹੀਂ। ਇੱਕ ਤਾਂ ਨਮਕੀਨ ਪਾਣੀ, ਤੁਹਾਨੂੰ ਨਮਕੀਨ ਛੱਡ ਦਿਓ, ਮਹਾਸਾਗਰਾਂ ਦਾ ਪਾਣੀ ਟੋਟਲ ਕਿੰਨੇ ਪਰਸੈਂਟ ਆ, ਤੇ ਪੂਰੇ ਵਿਸ਼ਵ ਵਿੱਚ ਨਦੀਆਂ ਦਾ ਪਾਣੀ ਕਿੰਨੇ ਪਰਸੈਂਟ ਆ, ਇਹ ਦੋਨੋਂ ਇੰਪੋਰਟੈਂਟ ਆ, ਇਹਨੂੰ ਧਿਆਨ ਦੇ ਵਿੱਚ ਰੱਖਿਓ। ਤਾਂ ਤੀਜਾ ਇੰਪੋਰਟੈਂਟ ਰਾਜੇ ਭੂਮੀਗਤ ਪਾਣੀ ਦੀ ਪਰਸੈਂਟੇਜ। ਠੀਕ ਹੈ, ਇਹ ਤਿੰਨ ਮੋਸਟ ਇੰਪੋਰਟੈਂਟ ਆ, ਇਹਨੂੰ ਧਿਆਨ ਦੇ ਵਿੱਚ ਰੱਖ ਲਿਓ। ਠੀਕ ਹੈ ਜੀ, ਉਸ ਤੋਂ ਬਾਅਦ ਇਜ਼ਰਾਈਲ ਕਹਿੰਦੇ ਮਰੁਤ ਸਾਗਰ ਵਿੱਚ 340 ਗ੍ਰਾਮ ਖਾਰਾਪਣ ਹੈ ਪ੍ਰਤੀ ਲੀਟਰ ਦੇ ਹਿਸਾਬ ਨਾਲ। ਬਹੁਤ ਜ਼ਿਆਦਾ ਇੰਪੋਰਟੈਂਟ ਡਾਟਾ। ਮੈਂ ਪਤਾ ਆਹ ਚੀਜ਼ ਕਿਉਂ ਲਈ ਸੀ, ਕਿਉਂਕਿ ਇਹ ਪੰਜਾਬ ਦੇ ਕਿਸੇ ਪੀਐਸਟੈਟ ਨਹੀਂ, ਪੰਜਾਬ ਦੇ ਕਿਸੇ ਹੋਰ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਆਹ ਲਾਈਨ ਪੁੱਛੀ ਗਈ ਸੀ ਕਿ ਇਜ਼ਰਾਈਲ ਦੇ ਵਿੱਚ ਜਿਹੜਾ ਇੱਕ ਮਰੁਤ ਸਾਗਰ ਆ, 340 ਗ੍ਰਾਮ ਖਾਰੇਪਨ ਜਿਹੜਾ ਵਾ ਉਹ ਕਿੰਨੇ ਲੀਟਰ ਦੇ ਮਗਰ ਸਾਨੂੰ ਮਿਲਦਾ? 1 ਲੀਟਰ ਦੇ ਪਿੱਛੇ 340 ਗ੍ਰਾਮ ਪਾਣੀ ਦਾ ਖਾਰਾਪਣ ਮਿਲਦਾ। ਆਪ ਸੋਚ ਲਓ
ਕਿੰਨਾ ਜ਼ਿਆਦਾ ਪਾਣੀ ਖਾਰਾ ਹੋਊਗਾ ਇਜ਼ਰਾਈਲ ਦੇ ਮਰੂਤ ਸਾਗਰ ਦਾ। ਠੀਕ ਹੈ ਜੀ, ਇਸੇ ਕਰਕੇ ਤਾਂ ਪੀਣ ਵਾਲੇ ਪਾਣੀ ਦੀ ਕੀ ਆ ਰਹੀ ਆ ਰਾਜੇ, ਕਮੀ ਆ ਰਹੀ ਆ। ਸਮੁੰਦਰ ਜਾਂ ਸਾਗਰ, ਠੀਕ ਆ, ਤੇ ਇੱਥੇ ਲੋਕ ਤੁਰਦੇ ਹਨ, ਮਤਲਬ ਇੱਥੇ ਪਾਣੀ ਗਤੀਵਾਨ ਰਹਿੰਦਾ ਹੈ, ਇੱਥੇ ਤੁਰਨਾ ਖਤਰਨਾਕ ਆ। ਮਤਲਬ ਇਹ ਕਿ ਜੇਕਰ ਅਸੀਂ ਸਮੁੰਦਰਾਂ ਦੀ ਗੱਲ ਕਰੀਏ, ਸਮੁੰਦਰਾਂ ਦੇ ਕੰਢੇ ਤੇ ਅਸੀਂ ਤੁਰ ਫਿਰ ਸਕਦੇ ਹਾਂ, ਪਰ ਜੇਕਰ ਅਸੀਂ ਇਹ ਸੋਚ ਲਈ ਮੇਰੇ ਵਰਗੀ ਕਵੇ ਵੀ ਮੈਂ ਤੇ ਮਹਾਸਾਗਰ ਦੇ ਕੰਢੇ ਤੇ ਜਾ ਕੇ ਤੁਰਨਾ, ਉੱਥੇ ਪਾਣੀ ਹਮੇਸ਼ਾ ਗਤੀ ਕਰਦਾ ਰਹਿੰਦਾ, ਇਹ ਨਹੀਂ ਪਤਾ ਵੀ ਤੂੰ ਇੱਕ ਪੰਜਾ ਰੱਖ, ਐ ਪਾਣੀ ਮਿੰਟਾਂ 'ਚ ਉਡਾ ਕੇ ਕਿਤੇ ਦੀ ਕਿਤੇ ਲੈ ਜਾਊਗਾ। ਇਸ ਕਰਕੇ ਮਹਾਸਾਗਰਾਂ ਦੇ ਕੰਢੇ ਤੇ ਤੁਰਨਾ ਡੇਂਜਰਸ ਆ, ਸਮੁੰਦਰ ਦੇ ਕੰਢੇ ਤੇ ਤੁਰਨਾ ਇੰਨਾ ਡੇਂਜਰਸ ਨਹੀਂ ਹੈਗਾ। ਠੀਕ ਹੈ ਜੀ, ਉਸ ਤੋਂ ਬਾਅਦ ਆ ਜਾਓ ਪੇਜ ਨੰਬਰ 22 ਤੇ। ਠੀਕ ਹੈ ਜੀ, ਫਾਸਟ ਤਾਂ ਨਹੀਂ ਜ਼ਿਆਦਾ, ਨਹੀਂ ਨਹੀਂ ਠੀਕ ਆ, ਕਿਉਂਕਿ ਪੜ੍ਹੀਆਂ ਹੋਈਆਂ ਚੀਜ਼ਾਂ ਪਹਿਲਾਂ ਦੀਆਂ। ਉਸ ਤੋਂ ਬਾਅਦ ਆ ਜਾਓ 22 ਮਾਰਚ ਨੂੰ ਵਿਸ਼ਵ ਜਲ ਦਿਵਸ ਜਿਹੜਾ ਵਾ ਉਹ ਮਨਾਇਆ ਜਾਂਦਾ। ਇੱਦਾਂ ਦੀਆਂ ਚੀਜ਼ਾਂ ਵੀ ਤਰੀਕਾਂ ਜਿਹੜੀਆਂ ਉਹ ਯਾਦ ਰੱਖਣੀਆਂ। ਵਿਸ਼ਵ ਜਲ ਦਿਵਸ ਜਿਹੜਾ ਵਾ ਉਹ 22 ਮਾਰਚ ਨੂੰ ਜਿਹੜਾ ਵਾ ਉਹ ਮਨਾਇਆ ਜਾਂਦਾ। ਤਰੰਗਾਂ ਤੇ ਆ ਜਾਓ, ਜਦੋਂ ਪਾਣੀ ਉੱਪਰ ਉੱਠਣ ਦੀ ਗਤੀ ਤੇ ਹੇਠਾਂ ਡਿੱਗਣ ਦੀ ਸਥਿਤੀ ਵਿੱਚ ਹੁੰਦਾ ਵਾ, ਪਾਣੀ ਉੱਪਰ ਉੱਠਿਆ ਫੇਰ ਹੇਠਾਂ ਡਿੱਗਿਆ, ਇਸੇ ਨੂੰ ਅਸੀਂ ਜਲ ਤਰੰਗਾਂ ਕਹਿ ਦਿੰਦੇ ਆ। ਕਹਿੰਦੇ ਇਹ ਤਰੰਗਾਂ ਜਿਹੜੀਆਂ ਨੇ, ਇਹ ਤਰੰਗਾਂ ਜ਼ਿਆਦਾ ਤੂਫਾਨਾਂ ਦੇ ਆਉਣ ਨਾਲ ਇਹਨਾਂ ਨਾਲ ਸੁਨਾਮੀ ਵੀ ਆ ਸਕਦੀ ਆ। ਮਤਲਬ ਜਦੋਂ ਤਾਂ ਇਹਨਾਂ ਦੀ ਉਚਾਈ ਬਹੁਤ ਘੱਟ ਆ, ਉਦੋਂ ਇਹਨਾਂ ਨੂੰ ਆਪਾਂ ਤਰੰਗਾਂ ਦੇ ਨਾਮ ਨਾਲ ਜਾਣਦੇ ਆ। ਜਦੋਂ ਇਹ ਉਚਾਈ ਬਹੁਤ ਜ਼ਿਆਦਾ ਉੱਚੀ ਹੋ ਜਾਂਦੀ ਆ, ਉਦੋਂ ਇਹਨਾਂ ਨੂੰ ਸੁਨਾਮੀ ਦਾ ਨਾਮ ਮਿਲ ਜਾਂਦਾ। ਠੀਕ ਹੈ ਜੀ, ਸੁਨਾਮੀ ਆਉਣ ਨਾਲ ਜ਼ਿਆਦਾ ਨੁਕਸਾਨ ਹੋਵੇਗਾ। ਤਰੰਗਾਂ ਦਾ ਤਾਂ ਕੋਈ ਨੁਕਸਾਨ ਨਹੀਂ, ਉਹ ਤਾਂ ਸਾਨੂੰ ਦੇਖਣ ਨੂੰ ਵੀ ਸੋਹਣੀਆਂ ਲੱਗੂਗੀਆਂ, ਅਸੀਂ ਦੇਖਾਂਗੇ ਤਾਂ ਅਸੀਂ ਵੀਡੀਓ ਬਣਾ ਲਾਂਗੇ, ਇਹ ਕਰਾਂਗੇ ਉਹ ਕਰਾਂਗੇ। ਪਰ ਰਾਜੇ ਜਦੋਂ 15 ਮੀਟਰ ਦੀ ਉਚਾਈ ਤੇ ਪਾਣੀ ਉੱਚਾ ਜਾ ਕੇ ਡਿੱਗ ਰਿਹਾ ਵਾ, ਦੈਟ ਮੀਨ ਜੋ ਸੁਨਾਮੀ ਆ ਉਹ ਸੁਨਾਮੀ ਦਾ ਰੂਪ ਧਾਰਨ ਕਰ ਚੁੱਕੀ, ਉਹ ਜਿਹੜੀ ਤਰੰਗ ਆ। ਕਹਿੰਦੇ ਸੁਨਾਮੀ ਹੁਣ ਕਿਹੜੀ ਭਾਸ਼ਾ ਦਾ ਸ਼ਬਦ ਆ? ਸੁਨਾਮੀ, ਸੁਨਾਮੀ ਜਿਹੜਾ ਆ ਉਹ ਜਾਪਾਨੀ ਭਾਸ਼ਾ ਦਾ ਸ਼ਬਦ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਜੇਕਰ ਤੁੱਕਾ ਲਾਉਣਾ ਤਾਂ NCERT ਦੇ ਵਿੱਚ ਜਾਂ ਜੀਓਗ੍ਰਾਫੀ ਦੇ ਵਿੱਚ ਜ਼ਿਆਦਾਤਰ ਸ਼ਬਦ ਲੈਟਿਨ ਦੇ ਆ, ਗ੍ਰੀਕ ਦੇ ਆ ਤੇ ਜਾਪਾਨੀ ਆ। ਤੇ ਜੇਕਰ ਆਪਾਂ ਗੱਲ ਕਰੀਏ, ਜੀਓਗ੍ਰਾਫੀ ਤੇ ਜ਼ਿਆਦਾਤਰ ਕੰਮ ਕੀਤਾ ਸੀ ਗ੍ਰੀਕ ਲੋਕਾਂ ਨੇ, ਇਸ ਕਰਕੇ ਇਹੋ ਜਿਹੇ ਸ਼ਬਦ ਸਾਨੂੰ ਪੜ੍ਹਨੇ ਪੈਣੇ ਆ ਵੀ ਕਿਹੜਾ ਸ਼ਬਦ ਕਿਹੜੀ ਲੈਂਗੁਏਜ ਦਾ ਵਾ। ਠੀਕ ਹੈ ਜੀ, ਉਸ ਤੋਂ ਬਾਅਦ ਤੁਸੀਂ ਆ ਜਾਓ, ਇਹਨਾਂ ਨੂੰ ਥੋੜਾ ਜਿਹਾ ਹੋਰ ਇਹਦੇ ਬਾਰੇ ਪੜ੍ਹ ਲੈਂਦੇ ਆ। 150 ਮੀਟਰ ਦੀ ਉਚਾਈ ਤੱਕ ਤਰੰਗਾਂ ਮਾਪੀਆਂ ਜਾ ਸਕਦੀਆਂ ਵਾ। ਜੇਕਰ 150 ਮੀਟਰ ਤੋਂ ਜ਼ਿਆਦਾ ਉੱਚੀ ਤਰੰਗ ਜਾ ਰਹੀ ਆ, ਏਦਾਂ ਦੀ ਕੋਈ ਮਸ਼ੀਨ ਨਹੀਂ ਬਣੀ ਵੀ ਅਸੀਂ ਉਹਨੂੰ ਮਾਪ ਸਕੀਏ। 150 ਮੀਟਰ ਦੀ ਉਚਾਈ ਤੱਕ ਤਰੰਗ ਜਾਂ ਸੁਨਾਮੀ ਨੂੰ ਅਸੀਂ ਮਾਪ ਸਕਦੇ ਹਾਂ 700 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ, ਇਦੋਂ ਜ਼ਿਆਦਾ ਨਹੀਂ। ਠੀਕ ਹੈ ਜੀ, 2004 ਦੇ ਵਿੱਚ ਸੁਨਾਮੀ ਆਈ ਸੀ ਤੇ ਉਸ ਸਮੇਂ ਬਹੁਤ ਜ਼ਿਆਦਾ ਵਿਨਾਸ਼ ਹੋਇਆ ਸੀ। ਦੈਟ ਪੁਆਇੰਟ ਇਜ਼ ਵੈਰੀ ਵੈਰੀ ਇੰਪੋਰਟੈਂਟ। 2004 ਦੇ ਵਿੱਚ ਜਿਹੜੀ ਸੁਨਾਮੀ ਆਈ ਸੀ, ਇਹਦੇ ਨਾਲ ਭਾਰਤ ਦਾ ਇੰਦਰਾ ਪੁਆਇੰਟ ਡੁੱਬ ਗਿਆ ਸੀ, ਜਿਹੜਾ ਕਿੱਥੇ ਆ? ਅੰਡੇਮਾਨ ਦੇ ਵਿੱਚ। ਅੰਡੇਮਾਨ ਨਿਕੋਬਾਰ ਦੇ ਵਿੱਚ ਜਦੋਂ ਆਪਾਂ ਫਿਜ਼ੀਕਲ ਜੀਓਗ੍ਰਾਫੀ ਕੀਤੀ ਸੀ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਸੀ। ਕਲੀਅਰ ਜੀ। ਉਸ ਤੋਂ ਬਾਅਦ ਇਹ ਜ਼ਰੂਰ ਯਾਦ ਰੱਖਿਓ, ਇਹ ਵੀ ਆਇਆ ਹੋਇਆ ਕੁਐਸਚਨ ਆ CTET ਦੀ SST ਦੇ ਵਿੱਚ। CTET ਦੀ SST ਦੇ ਵਿੱਚ ਇਹ ਕੁਐਸਚਨ ਆਇਆ ਹੋਇਆ ਵਾ ਕਿ 2004 ਦੇ ਵਿੱਚ ਜਿਹੜੀ ਸੁਨਾਮੀ ਆਈ ਸੀ, ਭਾਰਤ ਦਾ ਕਿਹੜਾ ਪੁਆਇੰਟ ਜਿਹੜਾ ਡੁੱਬਿਆ ਸੀ? ਇੰਦਰਾ ਪੁਆਇੰਟ। ਇੰਦਰਾ ਕਾਲ ਪੁਆਇੰਟ ਨਹੀਂ, ਓਨਲੀ ਇੰਦਰਾ ਪੁਆਇੰਟ ਜਿਹੜਾ ਭਾਰਤ ਦਾ ਅੰਡੇਮਾਨ ਨਿਕੋਬਾਰ ਵਾਲਾ, ਉਹ ਜੀ ਡੁੱਬ ਗਿਆ ਸੀ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ 26 ਦਸੰਬਰ 2004 ਨੂੰ ਜਿਹੜੀ ਭੂਚਾਲ ਜਾਂ ਸੁਨਾਮੀ ਸ਼ੁਰੂ ਹੋਈ ਸੀ, ਇਹ ਜੇ ਪੁੱਛਿਆ ਜਾਵੇ ਕਿੱਥੋਂ ਸ਼ੁਰੂ ਹੋਈ ਸੀ? ਸੁਮਾਤਰਾ ਦੇ ਪੱਛਮੀ ਤੱਟ ਤੋਂ। ਮੋਸਟ ਇੰਪੋਰਟੈਂਟ, ਸੁਮਾਤਰਾ ਦੇ ਪੱਛਮੀ ਤੱਟ ਤੋਂ ਇਹ ਜਿਹੜੀ ਸੀ ਸ਼ੁਰੂ ਹੋਈ ਸੀ। ਠੀਕ ਹੈ ਜੀ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਰਿਕਟਰ ਪੈਮਾਨਾ ਬਹੁਤ ਜ਼ਿਆਦਾ ਇੰਪੋਰਟੈਂਟ ਡਾਟਾ ਵਾ। ਰਿਕਟਰ ਪੈਮਾਨਾ ਜਿਹੜਾ ਹੈ ਜੀ, ਰਿਕਟਰ ਪੈਮਾਨਾ, ਰਿਕਟਰ ਸਕੇਲ ਗੱਲ ਇੱਕੋ ਆ। ਜੇਕਰ ਤੁਹਾਨੂੰ ਉੱਥੇ ਆਪਸ਼ਨ ਦੇ ਵਿੱਚ ਰਿਕਟਰ ਸਕੇਲ ਲਿਖਿਆ ਵਾ ਤਾਂ ਵੀ ਗੱਲ ਇੱਕੋ ਹੀ ਆ। ਇਹ ਨਾ ਹੋਵੇ ਉੱਥੇ ਲੱਭੀ ਜਾਓ ਵੀ ਦੀਦੀ ਨੇ ਤੇ ਰਿਕਟਰ ਪੈਮਾਨਾ ਕਿਹਾ ਸੀ, ਸਕੇਲ ਵੀ ਆ ਗਿਆ, ਤਾਂ ਗੱਲ ਇੱਕੋ ਹੀ ਆ। ਇਹ ਭੂਚਾਲ ਦੀ ਤੀਬਰਤਾ ਨੂੰ ਮਾਪਦਾ ਵਾ। 9.0 ਤੀਬਰਤਾ 800 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਹੁੰਦੀ ਆ। ਸੋਚੋ, ਜੇਕਰ 9.0 ਦੀ ਤੀਬਰਤਾ ਵਾ, ਮਤਲਬ
800 ਕਿਲੋਮੀਟਰ ਪ੍ਰਤੀ ਘੰਟਾ, ਮਤਲਬ 1 ਘੰਟੇ ਦੇ ਵਿੱਚ 800 ਕਿਲੋਮੀਟਰ ਭੂਚਾਲ ਜਿਹੜਾ ਵਾ ਰਫ਼ਤਾਰ ਫੜ ਜਾਂਦਾ ਆਪਣੀ। ਸਮਝ ਲੱਗ ਗਈ? ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਠੀਕ ਹੈ। ਇਹ ਸੁਨਾਮੀ ਨੇ ਕਿਹੜੇ ਕਿਹੜੇ ਕਿੱਥੇ ਕਿੱਥੇ ਜ਼ਿਆਦਾ ਕਿੱਥੋਂ ਦੇ ਲੋਕਾਂ ਨੂੰ, ਕਿਹੜੀ ਸਟੇਟ ਨੂੰ ਜ਼ਿਆਦਾ ਪ੍ਰਭਾਵਿਤ ਕੀਤਾ? ਇਹ ਜਿਹੜੀ ਸੁਨਾਮੀ 2004 ਦੇ ਵਿੱਚ ਸੁਮਾਤਰਾ ਦੇ ਪੱਛਮੀ ਤੱਟ ਤੋਂ ਆਰੰਭ ਹੋਈ, ਭਾਰਤ ਦੀ ਸਟੇਟ ਆਂਧਰਾ ਪ੍ਰਦੇਸ਼, ਤਮਿਲਨਾਡੂ, ਕੇਰਲ ਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਸੀ। ਤਾਂ 10,000 ਲੋਕਾਂ ਦੀ ਮੌਤ ਜਿਹੜੀ ਸੀ ਇਹਦੇ ਵਿੱਚ ਹੋ ਚੁੱਕੀ ਸੀ। 2004 ਦੇ ਵਿੱਚ ਇਹ ਜਿਹੜੀ ਸੁਨਾਮੀ ਜਿਹੜੀ ਸੀ ਉਹ ਆਈ ਸੀ। ਪੁਆਇੰਟ ਕਲੀਅਰ? ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਜੀ, ਸੁਨਾਮੀ ਤੇ ਭੂਚਾਲ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਆ। ਕਿਉਂ? ਕਿਉਂਕਿ ਵੱਡੇ ਵੱਡੇ ਮਹਾਸਾਗਰਾਂ ਵਿੱਚ 3 ਘੰਟੇ ਪਹਿਲਾਂ ਇਸ ਦੇ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਆ। ਬਹੁਤ ਇੰਪੋਰਟੈਂਟ, ਮਤਲਬ ਕਿ ਆਹ ਚੀਜ਼ਾਂ ਜਿਹੜੀਆਂ ਨਾ ਇਹ ਤਾਂ ਹੈਗੀਆਂ ਹੀ ਬਹੁਤ ਇੰਟਰਸਟਿੰਗ ਆ। ਜੇ ਸੁਨਾਮੀ ਆਉਣ ਵਾਲੀ ਆ ਜਾਂ ਭੂਚਾਲ ਆਉਣ ਵਾਲਾ ਵਾ ਤੇ ਮਹਾਸਾਗਰਾਂ ਦੇ ਵਿੱਚ 3 ਘੰਟੇ ਪਹਿਲਾਂ ਹੀ ਜਿਹੜਾ ਵਾ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਆ। ਪਤਾ ਹੁੰਦਾ ਕੀ ਆ, ਮੈਂ ਤੁਹਾਨੂੰ ਦੱਸਦੀ ਆ। ਮੈਂ ਪ੍ਰੈਕਟੀਕਲੀ ਇਹ ਚੀਜ਼ਾਂ ਦੇਖੀਆਂ ਹੋਈਆਂ ਵਾ, ਠੀਕ ਆ। ਜਦੋਂ ਮੈਂ ਕਿਉਂਕਿ ਮੇਰਾ ਖੁਦ ਦਾ ਜਿਓਗ੍ਰਾਫੀ ਮੇਰਾ ਫੇਵਰੇਟ ਸਬਜੈਕਟ ਆ, ਮੈਂ ਸਰਚ ਕਰਦੀ ਰਹਿੰਦੀ ਆ ਖੁਦ, ਤੇ ਮੈਂ ਦੇਖਿਆ ਤੇ ਉਹਨਾਂ ਨੇ ਦੱਸਿਆ, ਠੀਕ ਆ। ਉਹ ਕਹਿੰਦੇ ਵੀ ਜਦੋਂ ਭੂਚਾਲ ਜਾਂ ਸੁਨਾਮੀ ਆਉਣ ਵਾਲੀ ਹੁੰਦੀ ਆ ਨਾ, ਮਹਾਸਾਗਰਾਂ ਦੇ ਕੰਢੇ ਤੁਹਾਨੂੰ ਪਤਾ ਪਾਣੀ ਦੀਆਂ ਛੱਲਾਂ ਤੇ ਵੱਜਦੀਆਂ ਰਹਿੰਦੀਆਂ। ਮੈਂ ਤੁਹਾਨੂੰ ਹੁਣੇ ਪਿੱਛੇ ਦੱਸ ਕੇ ਗਈ ਵੀ ਮਹਾਸਾਗਰਾਂ ਦੇ ਕੰਢੇ ਤੇ ਤੁਰਨਾ ਡੇਂਜਰਸ ਆ, ਕਿਉਂਕਿ ਪਾਣੀ ਬਹੁਤ ਜ਼ਿਆਦਾ ਏਦਾਂ ਚੱਲਦਾ ਰਹਿੰਦਾ, ਠੀਕ ਆ। ਪਰ ਵੇਖੋ ਹੈਰਾਨੀ ਦੀ ਗੱਲ ਇਹ ਆ, ਮਹਾਸਾਗਰਾਂ ਦੇ ਕੰਢੇ ਤੇ ਪਾਣੀ ਹਮੇਸ਼ਾ ਹੀ ਹਲਚਲ ਕਰਦਾ ਰਹਿੰਦਾ, ਪਰ ਜਦੋਂ ਭੂਚਾਲ ਜਾਂ ਸੁਨਾਮੀ ਆਉਣ ਵਾਲੀ ਹੋਵੇ ਨਾ, 2.5-3 ਘੰਟੇ ਪਹਿਲਾਂ ਪਾਣੀ ਜਮਾ ਹੀ ਕੰਢਿਆਂ ਤੇ ਸ਼ਾਂਤ ਹੋ ਜਾਂਦਾ, ਜਮਾ ਹੀ ਸ਼ਾਂਤ ਹੋ ਜਾਂਦਾ। ਤੇ ਜਦੋਂ ਮਹਾਸਾਗਰਾਂ ਦੇ ਕੰਢਿਆਂ ਤੇ ਪਾਣੀ ਬਿਲਕੁਲ ਸ਼ਾਂਤ ਹੋ ਜਾਂਦਾ ਨਾ, ਐ ਪੂਰਾ ਸ਼ਾਂਤੀ ਵਾਲਾ ਮਾਹੌਲ ਹੋ ਜਾਂਦਾ। ਉਦੋਂ ਫਿਰ ਅੰਦਾਜ਼ਾ ਲਗਾ ਲਿਆ ਜਾਂਦਾ ਵੀ ਹੁਣ ਭੂਚਾਲ ਜਾਂ ਸੁਨਾਮੀ ਆਉਣ ਵਾਲੀ, ਕਿਉਂਕਿ ਮਹਾਸਾਗਰਾਂ ਦੇ ਕੰਢੇ ਤੇ ਪਾਣੀ ਜਿਹੜਾ ਉਹ ਸ਼ਾਂਤ ਪੈ ਚੁੱਕਿਆ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਅੱਗੇ, ਹਾਂ ਅੱਗੇ ਤੁਸੀਂ ਆ ਜਾਓ ਜਵਾਰ ਭਾਟੇ ਤੇ। ਵੇਖੋ ਜੀ, ਜਵਾਰ ਭਾਟਾ ਕੀ ਆ? ਦਿਨ ਵਿੱਚ 2 ਵਾਰ ਪਾਣੀ ਦਾ ਉੱਪਰ ਉੱਠਣਾ ਤੇ ਦਿਨ ਵਿੱਚ 2 ਵਾਰ ਹੇਠਾਂ ਡਿੱਗਣਾ, ਅਸੀਂ ਇਹਨੂੰ ਜਵਾਰ ਭਾਟਾ ਕਹਿੰਦੇ। ਅਜਿਹਾ ਹੁੰਦਾ ਕਿਉਂ ਆ? ਸੂਰਜ ਚੰਦਰਮਾ ਦੀ ਗ੍ਰੈਵੀਟੇਸ਼ਨਲ ਫੋਰਸ ਕਰਕੇ ਅਜਿਹਾ ਹੁੰਦਾ ਵਾ, ਜਿਹਦੇ ਨਾਲ ਜਵਾਰ ਭਾਟੇ ਆਉਂਦੇ। ਸੂਰਜ ਤੇ ਚੰਦਰਮਾ ਇੱਕੋ ਸੇਧ ਦੇ ਵਿੱਚ ਜਦੋਂ ਹੁੰਦੇ ਆ, ਉਦੋਂ ਜਵਾਰ ਭਾਟੇ ਆਉਂਦੇ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਕਹਿੰਦੇ ਜਦੋਂ ਧਰਤੀ ਦਾ ਪਾਣੀ ਚੰਦਰਮਾ ਦੇ ਕੋਲ ਹੋਊਗਾ ਤਾਂ ਉੱਚੇ ਜਵਾਰ ਭਾਟੇ ਆਉਣਗੇ। ਬਹੁਤ ਜ਼ਿਆਦਾ ਇੰਪੋਰਟੈਂਟ, CTET ਦੇ ਵਿੱਚ ਆਹ ਕੁਐਸਚਨ ਪੁੱਛਿਆ ਜਾ ਚੁੱਕਾ ਵਾ ਬਈ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਠੀਕ ਹੈ ਜੀ। ਜਦੋਂ ਪਾਣੀ, ਧਰਤੀ ਦਾ ਪਾਣੀ ਚੰਦਰਮਾ ਦੇ ਕੋਲ ਨੇੜੇ ਹੋਊਗਾ, ਜ਼ਿਆਦਾ ਉੱਚੇ ਜਵਾਰ ਭਾਟੇ ਆਉਣਗੇ। ਕਹਿੰਦੇ ਸਭ ਤੋਂ ਉੱਚੇ ਜਵਾਰ ਭਾਟੇ, ਸਾਰਿਆਂ ਨਾਲੋਂ ਜ਼ਿਆਦਾ ਉੱਚੇ ਜਵਾਰ ਭਾਟੇ ਫਿਰ ਕਦੋਂ ਆਉਣਗੇ? ਜਦੋਂ ਧਰਤੀ, ਚੰਦਰਮਾ, ਸੂਰਜ ਇੱਕੋ ਸੇਧ ਦੇ ਵਿੱਚ ਇਕੱਠੇ ਹੋਣਗੇ। ਇਸ ਦਿਨ ਮੱਸਿਆ ਪੁੰਨਿਆ ਦੀ, ਮੱਸਿਆ ਹੁਣ ਕੱਲ ਪਰਸੋਂ ਪੁੰਨਿਆ ਲੰਘ ਕੇ ਗਈ ਆ, ਠੀਕ ਆ। ਉਹ ਵੀ ਉਹੀ ਕੰਡੀਸ਼ਨ ਸੀ, ਜਦੋਂ ਧਰਤੀ, ਚੰਦਰਮਾ, ਸੂਰਜ ਇਕੱਠੇ ਇੱਕੋ ਸੇਧ ਵਿੱਚ ਆ ਜਾਂਦੇ ਆ। ਇੱਕੋ ਸੇਧ ਵਿੱਚ ਆਉਂਦੇ ਤਾਂ ਹੀ ਤਾਂ ਮੱਸਿਆ ਪੁੰਨਿਆ ਆਉਂਦੀ ਆ, ਕਿਉਂਕਿ ਉਹਨਾਂ ਦਾ ਪਰਛਾਵਾਂ ਇੱਕ ਦੂਜੇ ਦੇ ਪੈਂਦਾ। ਮੱਸਿਆ ਪੁੰਨਿਆ ਵਾਲੀ ਵੀਡੀਓ ਵੇਖ ਲਿਓ, ਮੇਰੇ ਚੈਨਲ ਤੇ ਪਈ ਹੋਈ ਆ। ਮੱਸਿਆ ਕਿਉਂ ਆਉਂਦੀ, ਪੁੰਨਿਆ ਕਦੋਂ ਆਉਂਦੀ, ਮੈਂ ਦੱਸੀ ਹੋਈ ਸਾਰੀ ਡਿਟੇਲ। ਇਹ ਏਦਾਂ ਦੀ ਕੰਡੀਸ਼ਨ ਆ, ਜਦੋਂ ਇੱਕੇ ਸੇਧ ਦੇ ਵਿੱਚ ਆ ਗਏ ਮੱਸਿਆ ਆਊ, ਪੁੰਨਿਆ ਆਊ, ਤੇ ਨਾਲ ਉੱਚੇ ਉੱਚੇ ਜਵਾਰ ਭਾਟੇ ਵੀ ਜਿਹੜੇ ਨੇ ਉਹ ਆਉਣਗੇ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ, ਜਦੋਂ ਚੰਦਰਮਾ ਅਤੇ ਸੂਰਜ ਦਾ, ਮੇਰਾ ਧਿਆਨ ਇੱਧਰ ਆ ਤੁਹਾਨੂੰ ਸਿਰਫ ਪੜ੍ਹਾਉਣ ਤੇ, ਪਰ ਮੈਨੂੰ ਕਹਿਣਾ ਨਾ ਪਵੇ, ਲਾਈਵ ਚੈਟ ਰੁਕਣੀ ਨਹੀਂ ਚਾਹੀਦੀ। ਜਦੋਂ ਚੰਦਰਮਾ ਅਤੇ ਸੂਰਜ ਦਾ ਗੁਰਤਾਕਰਸ਼ਣ ਬਲ ਇੱਕੋ ਤਰਫ ਹੋਵੇ, ਮਤਲਬ ਚੰਦਰਮਾ ਦਾ ਤੇ ਸੂਰਜ ਦੀ ਜਿਹੜੀ ਗ੍ਰੈਵੀਟੇਸ਼ਨਲ ਫੋਰਸ ਆ ਉਹ ਇੱਕੇ ਬੰਨੇ ਨੂੰ ਆ, ਠੀਕ ਆ। ਉਦੋਂ ਛੋਟੇ ਜਵਾਰ ਭਾਟੇ ਆਉਂਦੇ ਆ, ਠੀਕ ਆ। ਜਦੋਂ ਧਰਤੀ ਦਾ ਚੰਦਰਮਾ ਦੇ ਵੱਲ ਆ, ਤਾਂ ਮਤਲਬ ਧਰਤੀ ਦਾ ਪਾਣੀ ਚੰਦਰਮਾ ਵੱਲ ਜਾ ਰਿਹਾ, ਤਾਂ ਉਦੋਂ ਵੱਡੇ ਜਵਾਰ ਭਾਟੇ ਆਉਣਗੇ। ਪਰ ਜਦੋਂ ਚੰਦਰਮਾ ਤੇ ਸੂਰਜ ਦੀ ਗ੍ਰੈਵੀਟੇਸ਼ਨਲ ਫੋਰਸ ਇੱਕੇ ਬੰਨੇ ਆ, ਤਾਂ ਛੋਟੇ ਜਵਾਰ ਭਾਟੇ ਆਉਣਗੇ। ਨਹੀਂ ਭੁੱਲੂਗਾ। ਇਹਨਾਂ ਨੂੰ ਲਘੂ ਜਵਾਰ ਭਾਟੇ ਵੀ ਕਹਿੰਦੇ ਆ। ਇਹ ਜਹਾਜ਼ਾਂ ਨੂੰ ਬੰਦਰਗਾਹਾਂ ਤੱਕ ਪਹੁੰਚਾਉਣ ਵਿੱਚ ਸਹਾਇਕ ਹੁੰਦੇ ਆ। ਮੋਸਟ ਇੰਪੋਰਟੈਂਟ ਪੁਆਇੰਟ, ਜੇਕਰ ਪੁੱਛਿਆ ਜਾਵੇ ਕਿ ਕਿਹੜੇ ਜਵਾਰ ਭਾਟੇ ਸਮੁੰਦਰੀ ਜਹਾਜ਼ਾਂ ਨੂੰ ਉਹਨਾਂ ਦੀਆਂ ਬੰਦਰਗਾਹਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦੇ ਆ, ਰਾਜੇ ਛੋਟੇ ਜਵਾਰ ਭਾਟੇ, ਲਘੂ ਜਵਾਰ ਭਾਟੇ ਨੇ ਜਿਹੜੇ ਉਹ ਅਜਿਹਾ ਕਰਨ ਦੇ ਵਿੱਚ ਮਦਦ ਕਰਦੇ ਆ ਜੀ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ।
ਮਹਾਸਾਗਰੀ ਧਰਾਵਾਂ ਤੇ ਆ ਜਾਓ। ਇਹ ਗਰਮ ਤੇ ਠੰਡੀਆਂ ਹੁੰਦੀਆਂ ਮਹਾਸਾਗਰੀ ਧਰਾਵਾਂ ਜੋ ਭੂ-ਮੱਧ ਦੇ ਨੇੜੇ, ਭੂ-ਮੱਧ ਰੇਖਾ ਦੇ ਨੇੜੇ ਹੋਣ, ਉਹ ਗਰਮ, ਜਿਹੜੀਆਂ ਭੂ-ਮੱਧ ਰੇਖਾ ਦੇ ਨੇੜੇ ਧਰਾਵਾਂ ਹੋਣਗੀਆਂ ਉਹ ਹਮੇਸ਼ਾ ਗਰਮ ਹੋਣਗੀਆਂ, ਠੀਕ ਹੈ। ਜਿਹੜੀਆਂ ਧਰੂਵਾਂ ਤੇ ਹੋਣਗੀਆਂ ਉਹ ਹਮੇਸ਼ਾ ਠੰਡੀਆਂ ਹੋਣਗੀਆਂ, ਠੀਕ ਹੈ ਜੀ। ਉਹ ਭੂ-ਮੱਧ ਰੇਖਾ ਤੇ ਗਰਮ ਕਿਉਂ ਹੋਣਗੀਆਂ? ਕਿਉਂਕਿ ਉੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ, ਤਾਪਮਾਨ ਹਮੇਸ਼ਾ ਜ਼ਿਆਦਾ ਰਹਿੰਦਾ। ਲਿਬਰਾਡੋਰ ਮਹਾਸਾਗਰੀ ਮੋਸਟ ਇੰਪੋਰਟੈਂਟ, ਜਿਹੜੀਆਂ ਦੋ ਇੰਪੋਰਟੈਂਟ ਆ ਉਹ ਇਹਨੂੰ ਧਿਆਨ ਦੇ ਵਿੱਚ ਰੱਖ ਲਿਓ। ਮੈਂ ਇਹ ਦੋ ਤਾਂ ਲਈਆਂ, ਵੈਸੇ ਮੈਂ ਆਪਣੇ YouTube ਚੈਨਲ ਤੇ ਮੈਂ ਆਪਣੇ ਕਿਸੇ ਨਾ ਕਿਤੇ ਪਲੇਲਿਸਟ ਜਿਓਗ੍ਰਾਫੀ ਦੀ ਚੈੱਕ ਕਰ ਲਿਓ, ਮੈਂ ਪੂਰੀਆਂ ਧਰਾਵਾਂ ਕਰਾਈਆਂ ਹੋਈਆਂ ਵਾ, ਉਹਦੇ ਵਿੱਚ ਇੰਪੋਰਟੈਂਟ ਕਿਹੜੀਆਂ ਉਹ ਵੀ ਦੱਸੀਆਂ ਹੋਈਆਂ ਵਾ, ਇੱਕ ਵਾਰੀ ਚੈੱਕ ਕਰ ਲਿਓ। ਜ਼ਿਆਦਾ ਲੌਂਗ ਵੀਡੀਓ ਨਹੀਂ, ਛੋਟੀ ਆ। ਪਰ ਗਲਫ ਸਟਰੀਮ ਤੇ ਲਿਬਰਾਡੋਰ ਇਹ ਦੋਨੋਂ ਬਹੁਤ ਜ਼ਿਆਦਾ ਇੰਪੋਰਟੈਂਟ ਆ। ਗਲਫ ਸਟਰੀਮ ਜਿਹੜੀ ਜਲ ਧਾਰਾ ਹੈ ਜੀ ਇਹ ਬਹੁਤ ਗਰਮ ਆ, ਗਰਮ ਆ। ਇਹ ਕਿੱਥੇ ਹੋਊਗੀ? ਭੂ-ਮੱਧ ਰੇਖਾ ਤੇ। ਲਿਬਰਾਡੋਰ ਜਿਹੜੀ ਜਲ ਧਾਰਾ ਆ ਇਹ ਬਹੁਤ ਠੰਡੀ ਜਲ ਧਾਰਾ ਹੈ, ਇਹ ਕਿੱਥੇ ਹੋਊਗੀ? ਧਰੂਵੀ ਖੇਤਰਾਂ ਤੇ ਹੋਊਗੀ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਨਿਮਨ ਤਾਪਮਾਨ। ਨਿਮਨ ਤਾਪਮਾਨ ਨਾ ਗਰਮੀ ਨਾ ਸਰਦੀ ਹੋਊਗੀ। ਇਹ ਜਾਪਾਨ ਅਤੇ ਉੱਤਰੀ ਅਮਰੀਕਾ ਦੇ ਪੂਰਬੀ ਤੱਟ ਦੀਆਂ ਉਦਾਹਰਨਾਂ। ਇਹ ਠੰਡੀਆਂ ਤੇ ਗਰਮ ਜਲ ਧਾਰਾਵਾਂ, ਤਾਪਮਾਨ ਵੀ ਨਿਮਨ ਰਹਿੰਦਾ। ਮਤਲਬ ਇੱਥੋਂ ਦਾ ਜਿਹੜਾ ਮੌਸਮ ਆ ਨਾ ਠੰਡਾ ਨਾ ਗਰਮ, ਠੀਕ ਆ। ਸੁਹਾਵਣਾ ਜਿਹਾ ਮੌਸਮ ਰਹਿੰਦਾ ਇੱਥੇ ਜਾਪਾਨ ਦੇ ਵਿੱਚ ਤੇ ਉੱਤਰੀ ਅਮਰੀਕਾ ਦੇ ਵਿੱਚ, ਕਿਉਂਕਿ ਇੱਥੋਂ ਦੀਆਂ ਜਿਹੜੀਆਂ ਜਲ ਧਾਰਾਵਾਂ ਵਾ ਉਹ ਨਾ ਤਾਂ ਇੰਨੀਆਂ ਠੰਡੀਆਂ ਵਾ ਤੇ ਨਾ ਹੀ ਇੰਨੀਆਂ ਗਰਮ ਆ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਅਗਲੇ ਪੇਜ ਤੇ। ਅਗਲਾ ਚੈਪਟਰ ਆ ਗਿਆ, ਵਾਹ ਬਈ ਵਾਹ। ਮਤਲਬ ਐ ਲੱਗ ਰਿਹਾ ਨਾ ਵੀ ਕੱਲ ਹੀ ਪੇਪਰ ਆ ਜੇ, ਭਾਵੇਂ ਮੈਂ ਕੱਲ ਹੀ ਦੇ ਦਾਂ, ਜੇਕਰ ਮਤਲਬ ਮੇਰਾ ਨਾ ਪੂਰਾ ਜ਼ੋਰ ਲੱਗਿਆ ਪਿਆ। ਤੇ ਜੇਕਰ ਤੁਸੀਂ ਹੁਣ ਕੱਲ ਨਾ, ਮੈਂ ਤੁਹਾਨੂੰ ਗੱਲ ਦੱਸਦੀ ਹਾਂ, 1-2 ਮਿੰਟ ਲਊਂਗੀ। ਇੱਕ ਲੜਕੀ ਦੀ ਵੌਇਸ ਕਾਲ ਆਈ ਤਾਂ ਉਹਨਾਂ ਨੇ ਮੈਨੂੰ ਕਿਹਾ, ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ, ਕਿ ਜੇਕਰ ਤੁਹਾਡੇ ਇਹ ਵਾਲੇ 1000 ਰੁਪਏ ਦੇ ਨੋਟਸ ਲੈਣੇ ਆ ਤਾਂ ਡੈਫੀਨੇਟਲੀ ਸਾਡਾ ਪੇਪਰ ਕਲੀਅਰ ਹੋ ਜੂ। ਦੇਖੋ ਬਈ, ਮੈਂ ਤੁਹਾਨੂੰ ਕੰਟੈਂਟ ਡਿਲੀਵਰ ਕਰਤਾ, ਸਿਰੇ ਦਾ ਕੰਟੈਂਟ ਡਿਲੀਵਰ ਕਰਤਾ। ਹੁਣ ਤੁਸੀਂ 1000 ਰੁਪਇਆ ਲਾ ਕੇ ਚੁੱਪ ਕਰਕੇ ਬਹਿ ਗਏ, ਤੁਸੀਂ PDF ਖੋਲ ਕੇ ਨਹੀਂ ਦੇਖੀਆਂ, ਫਿਰ ਤੁਸੀਂ ਕੱਲ ਨੂੰ ਮੈਨੂੰ ਆ ਕੇ ਦੋਸ਼ ਕਿੱਦਾਂ ਦਓਗੇ? ਲੈ ਸਾਡਾ ਤਾਂ ਪੇਪਰ ਨਹੀਂ ਕਲੀਅਰ ਹੋਇਆ। ਮੈਂ ਨਹੀਂ ਪੜ੍ਹਨਾ, ਪੜ੍ਹਨਾ ਤੁਸੀਂ ਆ। ਮੈਂ ਤਾਂ ਕਸਰ ਹੀ ਨਹੀਂ ਕੋਈ ਛੱਡ ਰਹੀ। ਜੇ ਫਿਰ ਵੀ ਤੁਸੀਂ ਕੱਲ ਨੂੰ ਆ ਕੇ ਕਹੋ ਵੀ ਸਾਡਾ ਪੇਪਰ ਨਹੀਂ ਕਲੀਅਰ ਹੋਇਆ, ਆਪਾਂ ਕਸੂਰਵਾਰ ਨਹੀਂ ਹੈਗੇ, ਕਿਉਂਕਿ 10-10 ਹਜ਼ਾਰ ਫੀਸਾਂ ਲੈ ਕੇ ਵੀ ਤੁਹਾਨੂੰ ਸਵਾਲਾਂ ਦੇ ਜਵਾਬ ਨਹੀਂ ਉੱਥੇ ਮਿਲਦੇ, ਠੀਕ ਆ। ਤੇ ਇਸ ਕਰਕੇ ਇੱਥੇ ਆ ਕੇ ਦੋਸ਼ ਦੇਣਾ ਆਪਣਾ ਕੋਈ ਦੋਸ਼ ਨਹੀਂ। ਵੀ ਮਿਹਨਤ ਜ਼ਰੂਰੀ ਆ, ਆਪਾਂ ਕਰਦੇ ਆ ਮਿਹਨਤ, ਤੇ ਮਿਹਨਤ ਕਰ ਲਈ ਆਪਾਂ ਤੁਹਾਨੂੰ ਹਮੇਸ਼ਾ ਕਹਿੰਦੇ ਰਹਿੰਦੇ ਆ ਵੀ ਮਿਹਨਤ ਕਰੋ, ਠੀਕ ਹੈ ਜੀ। ਆ ਜਾਓ ਜੀ 6ਵੇਂ ਚੈਪਟਰ ਤੇ। 6ਵਾਂ ਚੈਪਟਰ ਸਾਡਾ ਹੈਗਾ ਜੀ ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ। ਵੇਖੋ ਜੀ, ਜਦੋਂ ਅਸੀਂ ਜੰਗਲੀ ਜੀਵਨ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਅਸੀਂ ਅਲੱਗ-ਅਲੱਗ ਪ੍ਰਕਾਰ ਦੇ ਜੰਗਲਾਂ ਦੀ ਗੱਲ ਕਰਾਂਗੇ। ਵੇਖੋ ਜੀ, ਸਭ ਤੋਂ ਪਹਿਲਾਂ ਭੂ-ਮੱਧ ਰੇਖੀ ਵਣ ਜਾਂ ਜੰਗਲ, ਠੀਕ ਆ। ਵੇਖੋ ਜੀ, ਜਿਹੜੇ ਸਾਡੇ ਭੂ-ਮੱਧ ਰੇਖੀ ਜੰਗਲ ਆ, ਭੂ-ਮੱਧ ਰੇਖਾ ਤੇ 10 ਡਿਗਰੀ ਉੱਤਰ 10 ਡਿਗਰੀ ਦੱਖਣ ਦੇ ਘੇਰੇ ਵਿੱਚ ਸਦਾ ਬਹਾਰ ਵਣ ਪਾਏ ਜਾਂਦੇ ਆ। ਸਦਾ ਬਹਾਰ ਵਣ ਪਾਏ ਜਾਂਦੇ ਆ ਭੂ-ਮੱਧ ਰੇਖਾ ਤੇ। ਧਿਆਨ ਦੇ ਵਿੱਚ ਰੱਖਿਓ, ਇੱਥੇ ਤਾਪਮਾਨ ਸਥਿਰ ਤੇ ਉੱਚਾ ਰਹਿੰਦਾ ਵਾ। ਇਸ ਵਿੱਚ ਉੱਪਰੋਂ ਟਾਹਣੀਆਂ ਰਲ ਕੇ ਇੱਕ ਛਤਰੀ ਬਣਾਉਂਦੀਆਂ। ਕਿੱਦਾਂ? ਮੈਂ ਤੁਹਾਨੂੰ ਦੱਸਦੀ ਹਾਂ। ਭੂ-ਮੱਧ ਰੇਖਾ ਤੇ ਤਾਪਮਾਨ ਕੀ ਆ? ਵੱਧ ਆ, ਮਤਲਬ ਤਾਪਮਾਨ ਸਥਿਰ ਰਹਿੰਦਾ, ਹਮੇਸ਼ਾ ਗਰਮੀ ਦਾ ਮੌਸਮ ਰਹਿੰਦਾ। ਇਸ ਕਰਕੇ ਉੱਥੇ ਸਦਾ ਬਹਾਰ ਜੰਗਲ ਪਾਏ ਜਾਂਦੇ ਆ। ਵੇਖੋ ਜੀ, ਏਦਾਂ ਕਰਕੇ ਹੇਠਾਂ ਤੋਂ ਤੇ ਸਾਨੂੰ ਪਤਾ ਲੱਗ ਰਿਹਾ ਵੀ 4-5 ਰੁੱਖ ਆ, ਤੇ ਉੱਪਰੋਂ ਜਾ ਕੇ ਇਹਨਾਂ ਦੀਆਂ ਛੱਤਾਂ ਉੱਪਰੋਂ ਏਦਾਂ ਇਕੱਠੀਆਂ ਹੋ ਜਾਂਦੀਆਂ। ਉੱਪਰੋਂ ਦੀ ਐਰੋਪਲੇਨ ਦੇ ਨਾਲ ਲੰਘੋ ਤੇ ਪਤਾ ਨਹੀਂ ਲੱਗਣਾ ਕਿੰਨੇ ਰੁੱਖ ਆ। ਹਮੇਸ਼ਾ ਨੀਚੋਂ ਪੈਦਲ ਲੰਘੋਗੇ ਤਾਂ ਪਤਾ ਲੱਗੂ ਵੀ ਇੰਨੇ ਰੁੱਖ ਆ। ਮਤਲਬ ਕਿ ਜਿਹੜੇ ਸਾਡੇ ਇੱਥੇ ਆ ਜਾਂਦੇ ਸਦਾ ਬਹਾਰ ਜੰਗਲ ਭੂ-ਮੱਧ ਰੇਖਾ ਤੇ, ਇਹਨਾਂ ਦੀਆਂ ਉੱਪਰੋਂ ਛਤਰੀ ਬਣਾਉਂਦੇ ਇਹ ਰੁੱਖ, ਪਤਾ ਨਹੀਂ ਲੱਗਦਾ ਵੀ ਰੁੱਖ ਕਿੰਨੇ ਆ, ਠੀਕ ਹੈ ਜੀ। ਹੁਣ ਇਹ ਰੁੱਖ ਪਾਏ ਕਿੱਥੇ ਕਿੱਥੇ ਜਾਂਦੇ ਆ ਉਹ ਧਿਆਨ ਦੇ ਵਿੱਚ ਰੱਖਿਓ ਬਈ। ਦੱਖਣੀ ਅਮਰੀਕਾ, ਠੀਕ ਆ, ਦੱਖਣੀ ਅਮਰੀਕਾ, ਦੱਖਣੀ ਪੂਰਬੀ ਏਸ਼ੀਆ ਦੇ ਵਿੱਚ ਇੱਦਾਂ ਦੇ ਰੁੱਖ ਪਾਏ ਜਾਂਦੇ ਆ। ਦੱਖਣੀ ਅਮਰੀਕਾ ਦੇ ਵਿੱਚ ਐਮਾਜ਼ੋਨ ਬੇਸਿਨ ਜਿਹੜਾ ਵਾ, ਐਮਾਜ਼ੋਨ ਬੇਸਿਨ ਦੇ ਵਿੱਚ ਵੀ ਇੱਦਾਂ ਦੇ ਰੁੱਖ ਪਾਏ ਜਾਂਦੇ ਆ। ਬ੍ਰਾਜ਼ੀਲ ਦੇ ਵਿੱਚ ਵੀ ਇੱਦਾਂ ਦੇ ਰੁੱਖ ਜਿਹੜੇ ਆ ਪਾਏ ਜਾਂਦੇ ਆ। ਹੁਣ ਸੇਲ ਬਾਗ, ਮਤਲਬ ਕਿ ਕਹਿੰਦੇ ਆ ਐਮਾਜ਼ੋਨ ਬੇਸਿਨ ਦੇ ਵਿੱਚ ਸਦਾ ਬਹਾਰ ਜੰਗਲਾਂ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਜੇਕਰ ਪੇਪਰ ਦੇ ਵਿੱਚ ਆ ਜੇ ਵੀ ਦੱਖਣੀ ਅਮਰੀਕਾ ਜਾਂ ਐਮਾਜ਼ੋਨ ਬੇਸਿਨ ਦੇ ਜਾਂ ਬ੍ਰਾਜ਼ੀਲ ਦੇ ਵਿੱਚ ਸਦਾ ਬਹਾਰ ਜੰਗਲਾਂ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ, ਜਾਂ ਭੂ-ਮੱਧ ਰੇਖੀ ਜੰਗਲਾਂ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ,
ਤਾਂ ਆਨਸਰ ਤੁਹਾਡਾ ਕੀ ਆਊਗਾ? ਸੇਲਬਾਜ਼ ਜਾਂ ਸੇਲਵਾਜ਼, ਵਾਵੇ ਦੇ ਨਾਲ ਵੀ ਲਿਖਿਆ ਹੁੰਦਾ। ਤੇ ਜੇਕਰ ਇਹ ਪੁੱਛਿਆ ਜਾਵੇ ਸੇਲਵਾਜ਼ ਹੈ ਦੱਖਣੀ ਅਮਰੀਕਾ, ਐਮਾਜ਼ੋਨ ਬੇਸਨ ਤੇ ਬ੍ਰਾਜ਼ੀਲ ਦੇ ਵਿੱਚ ਭੂਮੱਧ ਰੇਖੀ ਜਾਂ ਸਦਾਬਹਾਰ ਜੰਗਲਾਂ ਦਾ ਨਾਮ। ਨਹੀਂ ਭੁੱਲੂਗਾ ਨਾ, ਨਹੀਂ ਭੁੱਲਦਾ। ਇਹ ਮਨੁੱਖ ਦੀ ਪਹੁੰਚ ਤੋਂ ਬਾਹਰ ਆ, ਕਿਉਂਕਿ ਆਪਾਂ ਇਹਨਾਂ ਨੂੰ ਕੱਟ ਵੱਢ ਨਹੀਂ ਸਕਦੇ। ਉੱਪਰੋਂ ਇਹਨਾਂ ਦੀਆਂ ਛਤਰੀਆਂ ਬਣੀਆਂ ਐ ਇੱਕ ਦੂਜੇ ਦੇ ਵਿੱਚ ਫਸੇ ਹੋਏ ਆ, ਆਪਣੀ ਪਹੁੰਚ ਤੋਂ ਇਹ ਬਾਹਰ ਆ। ਸਮਝ ਲੱਗ ਗਈ? ਹੁਣ ਭੂਮੱਧ ਰੇਖੀ ਜੰਗਲ ਜਿਹੜੇ ਆ ਉਹ ਨਹੀਂ ਭੁੱਲਣੇ ਚਾਹੀਦੇ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਜੀ ਮਾਨਸੂਨ ਵਣ ਜਾਂ ਮਾਨਸੂਨ ਜੰਗਲ। ਜਿਹੜੇ ਮਾਨਸੂਨ ਜੰਗਲ ਆ ਜੀ, ਇਹਨਾਂ ਨੂੰ ਪਤਝੜੀ ਜੰਗਲ ਵੀ ਕਹਿੰਦੇ ਆ। ਇਹ ਉਪ ਉਸ਼ਣ ਅਕਸ਼ਾਂਸ਼ਾਂ ਵਿੱਚ ਪਾਏ ਜਾਂਦੇ ਆ। ਜਿਹੜੇ ਮਾਨਸੂਨੀ ਜੰਗਲ ਹੋਣਗੇ, ਇਹਦਾ ਮਤਲਬ ਪੱਤੇ ਤਾਂ ਝਾੜਨਗੇ, ਕਿਉਂਕਿ ਮਾਨਸੂਨ ਮਤਲਬ ਮੌਸਮ ਦੇ ਅਨੁਸਾਰ। ਸਮਝ ਲੱਗ ਗਈ ਯਾਰ? ਕਾਮਨ ਸੈਂਸ ਵੀ ਥੋੜੀ ਥੋੜੀ ਲਗਾਈ ਜਾਇਆ ਕਰੋ, ਸਾਰੇ ਮਸਲੇ ਹੱਲ ਹੁੰਦੇ ਜਾਂਦੇ ਆ। ਠੀਕ ਹੈ ਜੀ। ਕਹਿੰਦੇ ਇੱਕ ਰੁੱਤ ਵਿੱਚ ਵਰਖਾ ਵਧੇਰੇ ਹੁੰਦੀ ਆ ਤੇ ਇਹਦੇ ਨਾਲ ਕੀ ਹੁੰਦਾ? ਮਾਨਸੂਨ ਹਵਾਵਾਂ ਕਰਕੇ ਇਹਦੇ ਪੱਤੇ ਝੜ ਜਾਂਦੇ ਆ। ਮਤਲਬ ਸਾਲ ਦੇ ਵਿੱਚ ਇੱਕ ਰੁੱਤ ਅਜਿਹੀ ਆਊਗੀ, ਬਹੁਤ ਜ਼ਿਆਦਾ ਮੀਂਹ ਪਊਗਾ, ਰੁੱਖ ਜਿਹੜੇ ਆ ਆਪਣੇ ਪੱਤੇ ਜਿਹੜੇ ਆ ਉਹ ਝਾੜ ਦਿੰਦੇ ਆ। ਤੇ ਇਹੋ ਜਿਹੇ ਜਿਹੜੇ ਰੁੱਖ ਹੁੰਦੇ ਆ ਉਹਨਾਂ ਦੇ ਪੱਤੇ ਚੌੜੇ ਚੌੜੇ ਪੱਤੇ ਹੁੰਦੇ ਆ। ਪਤਝੜ ਰੁੱਤ ਵਿੱਚ ਇਹਨਾਂ ਦੇ ਪੱਤੇ ਜਿਹੜੇ ਆ ਉਹ ਝੜ ਜਾਂਦੇ ਆ। ਹੁਣ ਗੱਲ ਆਉਂਦੀ ਆ ਕਿ ਇਹ ਫਿਰ ਲਾਹੇਵੰਦ ਆ ਜਾਂ ਨਹੀਂ। ਵੇਖੋ ਜੀ, ਇੱਕ ਤਾਂ ਜੇਕਰ ਆਪਾਂ ਗੱਲ ਕਰੀਏ, ਇਹ ਜਿਹੜੇ ਰੁੱਖ ਆ ਆਰਥਿਕ ਪੱਖ ਤੋਂ ਬਹੁਤ ਜ਼ਿਆਦਾ ਮਹੱਤਵਪੂਰਨ ਆ। ਹੁਣ ਇਹਦਾ ਕਾਰਨ ਕੀ ਆ? ਜੇ ਪੱਤੇ ਝੜ ਗਏ ਤਾਂ ਇਹਦਾ ਮਤਲਬ ਵੀ ਉਹ ਸੰਘਣੇ ਨਹੀਂ ਹੋਣਗੇ, ਵਿਰਲੇ ਹੋਣਗੇ। ਤੇ ਜੇ ਵਿਰਲੇ ਆ ਮਤਲਬ ਉੱਥੇ ਮਨੁੱਖ ਪਹੁੰਚ ਸਕਦਾ ਆ। ਠੀਕ ਹੈ ਜੀ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਤੇ ਜੇਕਰ ਸਾਡੀ ਆਰਥਿਕ ਤੌਰ ਤੇ ਸਾਡੇ ਲਈ ਲਾਹੇਵੰਦ ਆ, ਮਤਲਬ ਉਹਦੇ ਤੋਂ ਅਸੀਂ ਫਰਨੀਚਰ ਵਗੈਰਾ ਜੋ ਮਰਜ਼ੀ ਤਿਆਰ ਕਰ ਸਕਦੇ ਹਾਂ। ਹੁਣ ਮੈਨੂੰ ਇੱਕ ਵਾਰੀ ਲਾਈਵ ਚੈਟ ਦੇ ਵਿੱਚ ਕਮੈਂਟ ਕਰ ਦਿਓ ਕਿ ਤੁਹਾਨੂੰ ਭੂਮੱਧ ਰੇਖੀ ਜੰਗਲ, ਸਦਾਬਹਾਰ ਜੰਗਲ ਤੇ ਮਾਨਸੂਨੀ ਜੰਗਲ ਭੁੱਲਣਗੇ? ਨਹੀਂ ਭੁੱਲਣਗੇ। ਸੇਲਵਾਜ਼ ਕੀ ਆ? ਇਹ ਭੁੱਲੂਗਾ? ਨਹੀਂ ਭੁੱਲੂਗਾ। ਠੀਕ ਹੈ ਜੀ। ਕਲਾਸ ਖਤਮ ਹੋਣ ਤੋਂ ਬਾਅਦ ਵੀ ਕਿੰਨੇ ਸਾਰੇ ਕਮੈਂਟ ਜਿਹੜੇ ਆ ਉਹ ਕਰ ਦਿਆ ਕਰੋ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਜੀ ਨੁਕੀਲੇ ਪੱਤਿਆਂ ਵਾਲੇ ਵਣ, ਜਾਂ ਫਿਰ ਅਸੀਂ ਇਹਨਾਂ ਨੂੰ ਸਦਾਬਹਾਰ ਜੰਗਲ ਵੀ ਕਹਿ ਦਿੰਦੇ ਆ। ਨੁਕੀਲੇ ਪੱਤਿਆਂ ਵਾਲੇ ਕਿਸੇ ਤਰ੍ਹਾਂ ਵੀ ਆਪਸ਼ਨ ਜਿਹੜੀ ਆ ਉਹ ਆ ਸਕਦੀ ਆ। ਵੇਖੋ ਜੀ, ਇਹ ਸ਼ੀਤ ਉਸ਼ਣ ਵਾਲੇ ਖੇਤਰ ਦੇ ਵਿੱਚ ਹੁੰਦੇ ਆ ਸਦਾਬਹਾਰ, ਮਤਲਬ ਠੰਡ ਵਾਲੇ ਏਰੀਏ ਦੇ ਵਿੱਚ। ਇਹ ਕਿੱਥੇ ਹੋਣਗੇ? ਠੰਡ ਵਾਲੇ ਇਲਾਕੇ ਦੇ ਵਿੱਚ। ਹੁਣ ਯੂਰੇਸ਼ੀਆ ਦੇ ਵਿੱਚ ਟੈਗਾ। ਹੁਣ ਜੇਕਰ ਤੁਹਾਨੂੰ ਇਹ ਪੁੱਛਿਆ ਜਾਵੇ ਪੇਪਰ ਦੇ ਵਿੱਚ ਟੈਗਾ ਕੀ ਆ? ਯੂਰੇਸ਼ੀਆ ਦੇ ਵਿੱਚ ਸਦਾਬਹਾਰ ਜਾਂ ਨੁਕੀਲੇ ਪੱਤਿਆਂ ਵਾਲੇ ਰੁੱਖਾਂ ਦਾ ਨਾਮ। ਠੀਕ ਆ। ਸੇਲਵਾਸ ਤੇ ਟੈਗਾ, ਇਹ ਦੋਨੋਂ ਸ਼ਬਦਾਂ ਨੂੰ ਭੁੱਲਣਾ ਨਹੀਂ ਆ। ਯੂਰੇਸ਼ੀਆ ਯੂਰਪ ਤੇ ਏਸ਼ੀਆ ਨੂੰ ਮਿਲਾ ਕੇ ਯੂਰੇਸ਼ੀਆ ਬਣਿਆ। ਯੂਰੇਸ਼ੀਆ ਦੇ ਵਿੱਚ ਸਦਾਬਹਾਰ ਜੰਗਲਾਂ ਨੂੰ, ਨੁਕੀਲੇ ਪੱਤਿਆਂ ਵਾਲੇ ਜੰਗਲਾਂ ਨੂੰ ਅਸੀਂ ਕਿਹੜੇ ਨਾਮ ਨਾਲ ਜਾਣਦੇ ਆ? ਟੈਗਾ ਦੇ ਨਾਮ ਨਾਲ ਜਾਣਦੇ ਆ। ਇਹ ਉਪਯੋਗੀ ਪੱਖ ਤੋਂ ਮਹੱਤਵਪੂਰਨ ਹੈਗੇ ਆ, ਇਹ ਵੀ ਹੈਗੇ ਆ। ਤੇ ਇਹ ਬਹੁਤ ਜ਼ਿਆਦਾ ਕੀਮਤੀ ਆ। ਬਹੁਤ ਜ਼ਿਆਦਾ ਕੀਮਤੀ ਕਿਉਂ ਆ? ਕਿਉਂਕਿ ਇਹਨਾਂ ਤੋਂ ਬਹੁਤ ਹੀ ਨਰਮ ਜੀ ਲੱਕੜੀ ਪ੍ਰਾਪਤ ਹੁੰਦੀ ਆ। ਚੀਲ, ਫਰ, ਇਹਨਾਂ ਦੀਆਂ ਉਦਾਹਰਨਾਂ ਚੀਲ ਤੇ ਫਰ ਨਾਮ ਦੇ ਜਿਹੜੇ ਰੁੱਖ ਆ ਉਹ ਨੁਕੀਲੇ ਪੱਤਿਆਂ ਵਾਲੇ ਰੁੱਖਾਂ ਦੇ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ। ਹੁਣ ਜੇ ਨਰਮ ਆ, ਕੋਈ ਨਰਮ ਲੱਕੜੀ ਆ ਤਾਂ ਰਾਜੇ ਉਹਦੇ ਤੋਂ ਅਸੀਂ ਕਾਗਜ਼ ਤਿਆਰ ਕਰਦੇ ਆ। ਠੀਕ ਹੈ ਜੀ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਤਾਂ ਹੁਣ ਤੁਹਾਨੂੰ ਇਹ ਜੰਗਲ ਜਿਹੜੇ ਆ ਉਹ ਭੁੱਲਣੇ ਨਹੀਂ ਚਾਹੀਦੇ। ਅਗਲੇ ਪੇਜ ਤੇ ਆ ਜਾਓ। ਠੀਕ ਹੈ ਜੀ। ਉਸ ਤੋਂ ਬਾਅਦ ਹਾਂਜੀ ਊਸ਼ਣ ਕਟਿਬੰਧੀ ਸਦਾਬਹਾਰ ਜੰਗਲ ਤੇ ਆ ਜਾਓ। ਠੀਕ ਆ। NCERT ਦੇ ਅਨੁਸਾਰ ਆ ਜੀ ਸਾਰਾ ਡਾਟਾ। ਵੇਖੋ ਜੀ, ਇਹ ਸਭ ਤੋਂ ਭੂਮੱਧ ਰੇਖੀ ਵਣ। ਵੇਖੋ ਜੀ, ਇਹਨਾਂ ਨੂੰ ਪਹਿਲਾਂ ਮੈਂ ਤੁਹਾਨੂੰ ਮੋਟਾ ਕਰਵਾਇਆ, ਹੁਣ ਆਪਾਂ ਇਹਨਾਂ ਨੂੰ ਡਿਟੇਲ ਦੇ ਵਿੱਚ ਕਰਦੇ। ਭੁੱਲਣੇ ਨਹੀਂ ਚਾਹੀਦੇ। ਕੰਸਨਟਰੇਟ ਰੱਖਿਓ ਲਾਈਵ ਚੈਟ ਦੇ ਨਾਲ ਗੱਲਾਂ ਨਹੀਂ ਕਰਨੀਆਂ। ਲਾਈਵ ਚੈਟ ਦੇ ਵਿੱਚ ਗੱਲਾਂ ਛੱਡ ਦਿਓ ਹੁਣ 40 ਦਿਨਾਂ ਦੇ ਲਈ। ਉਸ ਤੋਂ ਬਾਅਦ ਤੁਸੀਂ ਗੱਲਾਂ ਹੀ ਕਰਨੀਆਂ ਆ। ਠੀਕ ਆ। ਵੇਖੋ ਜੀ, ਜਿਹੜੇ ਸਾਡੇ ਊਸ਼ਣ ਕਟਿਬੰਧੀ ਸਦਾਬਹਾਰ ਜੰਗਲ ਆ, ਰੋਜ਼ਵੁੱਡ, ਇਹਨਾਂ ਦੀਆਂ ਐਗਜ਼ਾਮਪਲਾਂ ਬਹੁਤ ਜ਼ਿਆਦਾ ਇੰਪੋਰਟੈਂਟ ਆ। ਇਹ ਕੰਟੈਂਟ ਸਾਰਾ CTET ਦੀ SST ਦੇ ਵਿੱਚ ਰਿਪੀਟਡ ਆ ਤੇ ਇਹ ਸਾਨੂੰ ਆ ਸਕਦਾ। ਹੁਣ ਸਿਲੇਬਸ ਦੇਖ ਲਓ ਜਿਹੜਾ ਉਹਨਾਂ ਨੇ ਪਾਇਆ ਵੈਬਸਾਈਟ ਤੇ। NCERT ਮੈਂਸ਼ਨ ਕੀਤਾ ਉਹਨਾਂ ਨੇ ਸਪੈਸ਼ਲੀ
ਤਾਂ ਮੈਂ 1 ਸਾਲ ਤੋਂ ਚੀਕ ਕੇ ਕਹਿ ਰਹੀ ਹਾਂ ਵੀ NCERT ਆਉਣੀ ਜੇ। ਇਹ ਜਿੰਨਾ ਤੁਸੀਂ ਯਕੀਨ ਕਰ ਲੋਗੇ ਠੀਕ ਹੈ, ਨਹੀਂ ਤੇ ਤੁਹਾਡਾ ਨੁਕਸਾਨ ਆ। ਰੋਜ਼ਵੁੱਡ, ਅਬਨੂਸ ਤੇ ਮੰਗੋਲੀ, ਇਹ ਜਿਹੜੇ ਆ ਜੀ ਊਸ਼ਣ ਕਟਿਬੰਧੀ ਸਦਾ ਬਹਾਰ ਜੰਗਲਾਂ ਦੀ ਕੈਟਾਗਰੀ ਦੇ ਵਿੱਚ ਇਹ ਰੁੱਖ ਆਉਂਦੇ ਆ। ਠੀਕ ਹੈ ਜੀ। ਇਹਨਾਂ ਤੇ ਭੂ-ਮੱਧ ਰੇਖਾ ਦੀਆਂ ਕਿਰਨਾਂ, ਭੂ-ਮੱਧ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ, ਤਾਪਮਾਨ ਜਿਹੜਾ ਵਾ ਉਹ ਸਥਿਰ ਰਹਿੰਦਾ, ਇੱਥੇ ਵਰਖਾ ਵੀ ਜਿਹੜੀ ਆ ਉਹ ਜ਼ਿਆਦਾ ਹੁੰਦੀ ਆ। ਇਹ ਜੰਗਲ ਧਰਤੀ ਦੇ ਫੇਫੜਿਆਂ ਵਰਗੇ ਦਿਸਦੇ ਆ। ਐਨਾਕੋਂਡਾ ਸੱਪ ਇੱਥੇ ਪਾਇਆ ਜਾਂਦਾ। ਠੀਕ ਹੈ ਜੀ। ਸੇਲਵਾਜ਼ ਕੀ ਸੀ? ਦੱਖਣੀ ਅਮਰੀਕਾ, ਬ੍ਰਾਜ਼ੀਲ ਤੇ ਐਮਾਜ਼ੋਨ ਬੇਸਨ ਦੇ ਵਿੱਚ ਇਹਨਾਂ ਊਸ਼ਣ ਕਟਿਬੰਧੀ ਸਦਾਬਹਾਰ ਜੰਗਲਾਂ ਦਾ ਨਾਮ, ਭੂ-ਮੱਧ ਰੇਖੀ ਜੰਗਲਾਂ ਦਾ ਨਾਮ ਕੀ ਆ? ਸੇਲਵਾਜ਼। ਇੱਥੇ ਜਿਹੜੇ ਰੁੱਖ ਆ ਜਾਂ ਇੱਥੋਂ ਦੇ ਜਿਹੜੇ ਜੰਗਲ ਆ ਉਹ ਧਰਤੀ ਦੇ ਫੇਫੜਿਆਂ, ਉਹਨਾਂ ਨੂੰ ਧਰਤੀ ਦੇ ਫੇਫੜੇ ਕਿਹਾ ਜਾਂਦਾ। ਇਹ ਇੰਪੋਰਟੈਂਟ ਆ। ਜੇਕਰ ਪੁੱਛਿਆ ਜਾਵੇ ਵੀ ਧਰਤੀ ਦੇ ਫੇਫੜੇ ਕਿੰਨਾਂ ਜੰਗਲਾਂ ਨੂੰ ਕਿਹਾ ਜਾਂਦਾ? ਊਸ਼ਣ ਕਟਿਬੰਧੀ ਸਦਾਬਹਾਰ ਜੰਗਲਾਂ ਨੂੰ ਜਾਂ ਭੂ-ਮੱਧ ਰੇਖੀ ਜੰਗਲਾਂ ਨੂੰ। ਠੀਕ ਹੈ ਜੀ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਤੁਸੀਂ ਆ ਜਾਓ ਊਸ਼ਣ ਕਟਿਬੰਧੀ ਪਤਝੜੀ ਜੰਗਲ, ਜਾਂ ਇਹਨਾਂ ਨੂੰ ਅਸੀਂ ਮਾਨਸੂਨੀ ਜੰਗਲ ਵੀ ਕਹਿ ਦਿੰਦੇ ਆ। ਠੀਕ ਹੈ ਜੀ। ਤੇ ਇੱਥੇ ਧਿਆਨ ਦੇ ਨਾਲੋਂ ਨਾਲ ਜਿਹੜੀ ਆ ਰਿਵੀਜ਼ਨ ਜਿਹੜੀ ਆ ਉਹ ਕਰਦੇ ਜਾਓ, ਮੈਂ ਰਿਪੀਟ ਵੀ ਕਰੀ ਜਾਂਦੀ ਆ। ਦੇਖੋ ਜੀ, ਭਾਰਤ ਵਿੱਚ ਉੱਤਰੀ ਆਸਟ੍ਰੇਲੀਆ ਦਾ ਉੱਤਰ ਵਾਲਾ ਹਿੱਸਾ, ਮੱਧ ਅਮਰੀਕਾ ਵਿੱਚ ਪਾਏ ਜਾਂਦੇ ਆ। ਜਿਹੜੇ ਮਤਲਬ ਮਾਨਸੂਨ ਮਤਲਬ ਮੌਸਮ ਦੇ ਅਨੁਸਾਰ, ਪਤਝੜ ਮਤਲਬ ਜੇ ਮੌਸਮ ਦੇ ਅਨੁਸਾਰ ਮਾਨਸੂਨੀ ਆ, ਮਤਲਬ ਉਹ ਪੱਤੇ ਵੀ ਆਪਣੇ ਝੜਨਗੇ। ਸਾਲ, ਨਿੰਮ, ਮਾਰਵਨ, ਬਾਘ, ਸ਼ੇਰ, ਹਾਥੀ, ਲੰਗੂਰ, ਬਾਂਦਰ ਇਹਨਾਂ ਜੰਗਲਾਂ ਦੇ ਵਿੱਚ ਸਾਨੂੰ ਮਿਲਦੇ ਆ। ਠੀਕ ਹੈ ਜੀ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਪਤਝੜੀ ਜੰਗਲ ਹੁਣੇ ਆਪਾਂ ਕਰਕੇ ਗਏ ਪਿੱਛੇ, ਇਹ ਉਹੀ ਆ, ਇਹ ਜ਼ਿਆਦਾ ਕੈਟੇਗਰੀ ਨਹੀਂ, ਉਹੀ ਆ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਸ਼ੀਤ ਊਸ਼ਣ ਸਦਾਬਹਾਰ ਜੰਗਲ, ਤੀਜੀ ਕੈਟਾਗਰੀ, ਮੱਧ ਅਕਸ਼ਾਂਸ਼ ਤੇ ਮਹਾਂਦੀਪਾਂ ਦੇ ਪੂਰਬੀ ਹਿੱਸਿਆਂ ਤੇ, ਜਿਹੜੇ ਸਾਡੇ ਮਹਾਂਦੀਪ ਆ ਉਹਨਾਂ ਦੇ ਪੂਰਬੀ ਹਿੱਸਿਆਂ ਤੇ ਸਾਨੂੰ ਸਦਾਬਹਾਰ ਜੰਗਲ ਜਿਹੜੇ ਆ ਉਹ ਮਿਲਦੇ ਆ। ਚਾਈਨਾ, ਬ੍ਰਾਜ਼ੀਲ ਜੰਗਲ, ਇਹ ਇੱਥੇ ਚਾਈਨਾ ਤੇ ਬ੍ਰਾਜ਼ੀਲ ਦੇ ਵਿੱਚ ਸਾਨੂੰ ਸ਼ੀਤ ਊਸ਼ਣ ਸਦਾਬਹਾਰ ਜੰਗਲ ਜਿਹੜੇ ਆ ਉਹ ਜੀ ਮਿਲਦੇ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਵੇਖੋ ਜੀ, ਅੱਗੇ ਆ ਗਏ ਸ਼ੀਤ ਊਸ਼ਣ ਪਤਝੜੀ। ਇੱਕ ਸ਼ੀਤ ਊਸ਼ਣ ਸਦਾਬਹਾਰ ਆ, ਇੱਕ ਸ਼ੀਤ ਊਸ਼ਣ ਪਤਝੜੀ ਆ। ਸ਼ੀਤ ਊਸ਼ਣ ਸਦਾਬਹਾਰ ਜਿਹੜੇ ਆ ਉਹ ਆਪਣੇ ਪੱਤੇ ਨਹੀਂ ਝਾੜਦੇ, ਜਿਹੜੇ ਸ਼ੀਤ ਊਸ਼ਣ ਪਤਝੜੀ ਜੰਗਲ ਆ ਉਹ ਆਪਣੇ ਪੱਤੇ ਝਾੜਦੇ ਆ। ਹੁਣ ਇਹ ਕਿੱਥੇ ਕਿੱਥੇ ਪਾਏ ਜਾਂਦੇ ਆ? ਉੱਤਰੀ ਪੂਰਬੀ ਅਮਰੀਕਾ, ਚੀਨ, ਨਿਊਜ਼ੀਲੈਂਡ, ਯੂਰਪੀ ਦੇਸ਼ਾਂ ਦੇ ਯੂਰਪ ਦੇ ਤੱਟੀ ਪ੍ਰਦੇਸ਼ਾਂ ਤੇ, ਜਿਹੜੇ ਸਾਡੇ ਯੂਰਪੀ ਦੇਸ਼ ਆ ਉਹਨਾਂ ਦੇ ਸਮੁੰਦਰੀ ਇਲਾਕਿਆਂ ਤੇ ਸਾਨੂੰ ਇਹ ਪਤਝੜੀ ਜੰਗਲ ਜਿਹੜੇ ਉਹ ਮਿਲਦੇ ਆ। ਹੁਣ ਇੱਥੋਂ ਦੇ ਜਾਨਵਰ ਕਿਹੜੇ ਕਿਹੜੇ ਆ? ਹਿਰਨ, ਲੂੰਬੜੀ, ਭੇੜੀਆ ਇੱਥੋਂ ਦੇ ਜਿਹੜੇ ਆ ਜੀ ਮੇਨ ਜਾਨਵਰ ਆ। ਠੀਕ ਆ। ਫੀਜੈਂਟ ਮੋਨਾਲ ਪੰਛੀ ਇੱਥੇ ਪਾਏ ਜਾਂਦੇ ਆ। ਮੋਸਟ ਇੰਪੋਰਟੈਂਟ ਵੇਖੋ ਜੀ, ਹਿਰਨ, ਲੂੰਬੜੀ ਤੇ ਭੇੜੀਆ ਇੰਪੋਰਟੈਂਟ ਨਹੀਂ ਹੈਗੇ, ਪਰ ਪੇਪਰ ਦੇ ਵਿੱਚ ਆ ਪੁੱਛਿਆ ਜਾ ਸਕਦਾ ਫੀਜੈਂਟ ਮੋਨਾਲ ਪੰਛੀ ਕਿਹੜੇ ਜੰਗਲਾਂ ਦੇ ਮਹੱਤਵਪੂਰਨ ਪੰਛੀ ਹਨ? ਤਾਂ ਆਨਸਰ ਆਊਗਾ ਸ਼ੀਤ ਊਸ਼ਣ ਪਤਝੜੀ ਜੰਗਲ, ਚੀਨ, ਨਿਊਜ਼ੀਲੈਂਡ ਤੇ ਪੂਰਬੀ ਅਮਰੀਕਾ ਦੇ ਵਿੱਚ ਇਹ ਜਿਹੜੇ ਜਾਨਵਰ ਨੇ, ਪੰਛੀ ਨੇ ਪਾਏ ਜਾਂਦੇ ਨੇ, ਫੀਜੈਂਟ ਤੇ ਮੋਨਾਲ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਪੇਜ ਨੰਬਰ 26 ਤੇ। ਠੀਕ ਹੈ ਜੀ। ਪੇਜ ਨੰਬਰ 26 ਨੂੰ ਆਪਾਂ ਕਰ ਲਈਏ ਥੋੜਾ ਜਿਹਾ ਜ਼ੂਮ, ਤੇ ਆ ਗਏ ਜੀ ਸਾਡੇ ਭੂ-ਮੱਧ ਸਾਗਰੀ ਵਣ, ਭੂ-ਮੱਧ ਸਾਗਰੀ ਜੰਗਲ। ਭੂ-ਮੱਧ ਰੇਖਾ ਵਾਲਾ ਖੇਤਰ ਤੇ ਪੱਛਮੀ ਤੇ ਦੱਖਣੀ ਖੇਤਰ ਵੱਖ-ਵੱਖ ਆ। ਠੀਕ ਹੈ ਜੀ। ਮਤਲਬ ਭੂ-ਮੱਧ ਰੇਖਾ ਤੋਂ ਜਿਹੜਾ ਭੂ-ਮੱਧ ਰੇਖਾ ਦਾ ਪੱਛਮ ਵਾਲਾ ਹਿੱਸਾ ਤੇ ਦੱਖਣ ਵਾਲਾ ਹਿੱਸਾ ਸੈਪਰੇਟ ਹੋ ਗਏ ਨਾ, ਇਹ ਅਫਰੀਕਾ, ਅਮਰੀਕਾ, ਕੈਲੀਫੋਰਨੀਆ ਵਿੱਚ ਪਾਏ ਜਾਂਦੇ ਆ। ਕਿਹੜੇ? ਭੂ-ਮੱਧ ਸਾਗਰੀ ਜੰਗਲ, ਮਤਲਬ ਭੂ-ਮੱਧ ਰੇਖਾ ਦੇ ਸਾਗਰਾਂ ਤੇ ਜੰਗਲ। ਕਿਉਂਕਿ ਹੁਣ ਫਰਕ ਆ ਗਿਆ ਖੇਤਰ ਦਾ, ਇੱਕ ਹਿੱਸਾ ਪੱਛਮ ਵੱਲ ਚਲਾ ਗਿਆ, ਇੱਕ ਦੱਖਣ ਵੱਲ ਚਲਾ ਗਿਆ, ਕਿਉਂਕਿ ਸਾਗਰਾਂ ਦੀ ਗੱਲ ਹੋ ਰਹੀ ਆ। ਠੀਕ ਆ। ਅਫਰੀਕਾ, ਅਮਰੀਕਾ ਤੇ ਕੈਲੀਫੋਰਨੀਆ ਵਿੱਚ ਜਿਹੇ ਰੁੱਖ ਮਿਲਦੇ ਆ, ਤੇ ਇਹਨਾਂ ਰੁੱਖਾਂ ਤੇ ਜਿਹੜੇ ਆ ਰਾਜੇ ਸਾਨੂੰ ਉਹ ਖੱਟੇ ਮਿੱਠੇ ਫਲ ਜਿਹੜੇ ਆ ਉਹ ਲੱਗਦੇ ਆ, ਇਹਨਾਂ ਰੁੱਖਾਂ ਤੇ ਖੱਟੇ ਮਿੱਠੇ ਫਲ। ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਸਾਡੇ ਜੀ ਘਾਹ, ਬਹੁਤ ਜ਼ਿਆਦਾ ਇੰਪੋਰਟੈਂਟ ਡਾਟਾ ਬਈ। ਠੀਕ ਆ। ਅੱਗੇ ਆ ਗਏ ਘਾਹ। ਇਸ ਤੋਂ ਪਹਿਲਾਂ ਆਪਾਂ ਜੰਗਲ ਕੀਤੇ, ਹੁਣ ਆ ਗਏ ਆਪਣੇ ਘਾਹ। ਤੇ ਸਵਾਨਾ ਘਾਹ ਦਾ ਮੈਦਾਨ, ਜਿਹੜਾ ਕਿ ਸਾਡੇ PSTET ਦੇ ਪੇਪਰ ਵਿੱਚ ਰਿਪੀਟਡ ਕੁਐਸਚਨ ਆਇਆ ਹੋਇਆ,
ਸਵਾਨਾ ਘਾਹ ਦੇ ਮੈਦਾਨ ਜਿਹੜੇ ਆ ਜੀ ਪੂਰਬੀ ਅਫਰੀਕਾ ਦੇ ਵਿੱਚ ਸਵਾਨਾ ਘਾਹ ਦੇ ਮੈਦਾਨ ਪਾਏ ਜਾਂਦੇ ਆ। ਮੋਸਟ ਇੰਪੋਰਟੈਂਟ ਪੁਆਇੰਟ ਆ ਜੀ, ਕੰਪੋਸ ਘਾਹ ਕਿੱਥੇ ਪਾਇਆ ਜਾਂਦਾ ਜੀ? ਬ੍ਰਾਜ਼ੀਲ ਦੇ ਵਿੱਚ ਪਾਇਆ ਜਾਂਦਾ। ਲਾਨੋਸ ਘਾਹ ਵੈਨਜ਼ੂਏਲਾ ਦੇ ਵਿੱਚ ਪਾਇਆ ਜਾਂਦਾ। ਆ ਤਿੰਨ ਤਰ੍ਹਾਂ ਦੇ ਘਾਹ ਯਾਦ ਰੱਖ ਲਿਓ ਬਈ, ਠੀਕ ਹੈ ਜੀ। ਇਹ ਤਿੰਨ ਤਰ੍ਹਾਂ ਦੇ ਘਾਹ ਜਿਹੜੇ ਨੇ ਯਾਦ ਰੱਖ ਲਿਓ। ਨਾਲ ਇਹ ਵੀ ਯਾਦ ਰੱਖਣਾ ਵਾ, ਊਸ਼ਣ ਕਟਬੰਧੀ ਘਾਹ ਦੇ ਮੈਦਾਨਾਂ ਵਿੱਚ ਕਿਹੜੇ ਤਿੰਨ ਘਾਹ ਆਉਂਦੇ ਆ? ਸਵਾਨਾ ਘਾਹ ਦੇ ਮੈਦਾਨ, ਕੰਪੋਸ ਘਾਹ ਦੇ ਮੈਦਾਨ, ਲਾਨੋਸ ਘਾਹ ਦੇ ਮੈਦਾਨ। ਊਸ਼ਣ ਕਟਬੰਧੀ ਘਾਹ ਵਾ। ਸਵਾਨਾ ਘਾਹ ਦਾ ਮੈਦਾਨ ਪੂਰਬੀ ਅਫਰੀਕਾ ਵਿੱਚ, ਕੰਪੋਸ ਘਾਹ ਬ੍ਰਾਜ਼ੀਲ ਦੇ ਵਿੱਚ, ਲਾਨੋਸ ਘਾਹ ਵੈਨਜ਼ੂਏਲਾ ਦੇ ਵਿੱਚ। ਊਸ਼ਣ ਕਟਬੰਧੀ ਘਾਹ ਦਾ ਪਤਾ ਲੱਗ ਗਿਆ। ਹੁਣ ਅੱਗੇ ਚਲੋ। ਉਸ ਤੋਂ ਬਾਅਦ ਸਾਡਾ ਆ ਗਿਆ ਜੀ ਸ਼ੀਤ ਊਸ਼ਣ ਕਟਬੰਧੀ। ਸ਼ੀਤ ਊਸ਼ਣ ਪਹਿਲਾਂ ਕੱਲਾ, ਅੱਗੇ ਪਹਿਲਾਂ ਊਸ਼ਣ ਕਟਬੰਧੀ ਸੀ ਕੱਲਾ, ਜਿਹਦੇ ਵਿੱਚ ਸਵਾਨਾ, ਕੰਪਾਸ ਤੇ ਲਾਨੋਸ ਆ ਗਏ। ਹੁਣ ਸਾਡਾ ਆ ਗਿਆ ਜੀ ਸ਼ੀਤ ਊਸ਼ਣ ਕਟਬੰਧੀ ਘਾਹ। ਇਹਦੇ ਵਿੱਚ ਮਿਲਦਾ ਜੀ ਸਾਨੂੰ ਸਾਡਾ 5 ਤਰ੍ਹਾਂ ਦਾ ਘਾਹ। ਸਭ ਤੋਂ ਪਹਿਲਾਂ ਤਾਂ ਪੰਪਾਸ ਘਾਹ ਦੇ ਮੈਦਾਨ। ਮੈਨੂੰ ਇਹ ਦੱਸੋ ਲਾਈਵ ਚੈਟ ਦੇ ਵਿੱਚ ਹੈਗਾ ਕੋਈ ਏਦਾਂ ਦਾ ਪੁਆਇੰਟ ਜਿਹੜਾ ਇਗਨੋਰ ਕਰਕੇ ਤੁਸੀਂ ਚੱਲ ਸਕਦੇ ਹੋ, ਜਾਂ ਤੁਹਾਨੂੰ ਐਂ ਲੱਗੇ ਵੀ ਇੰਪੋਰਟੈਂਟ ਨਹੀਂ ਆ? ਬਹੁਤ ਇੰਪੋਰਟੈਂਟ ਡਾਟਾ ਵਾ। ਵੇਖੋ ਜੀ, ਜਿਹੜੇ ਸਾਡਾ ਪੰਪਾਸ ਘਾਹ ਦੇ ਮੈਦਾਨ ਆ, ਇਹ ਪਾਇਆ ਜਾਂਦਾ ਜੀ ਅਰਜਨਟੀਨਾ ਦੇ ਵਿੱਚ। ਪ੍ਰੇਰੀਜ਼ ਘਾਹ ਦੇ ਮੈਦਾਨ, ਇਹ ਰਿਪੀਟਡ ਕੁਐਸਚਨ ਆ ਜੀ, ਰਿਪੀਟਡ, ਠੀਕ ਹੈ, ਆਇਆ ਹੋਇਆ ਕੁਐਸਚਨ ਆ ਜੀ ਇਹ ਵੀ। ਪ੍ਰੇਰੀਜ਼ ਘਾਹ ਦੇ ਮੈਦਾਨ ਉੱਤਰੀ ਅਫਰੀਕਾ ਦੇ ਵਿੱਚ ਪਾਏ ਜਾਂਦੇ ਆ, ਠੀਕ ਹੈ ਜੀ। ਜਿਹੜਾ ਵੇਲਡ ਆ ਉਹ ਜੀ ਦੱਖਣੀ ਅਫਰੀਕਾ ਦੇ ਵਿੱਚ ਪਾਇਆ ਜਾਂਦਾ। ਹੁਣ ਮੈਂ ਤੁਹਾਨੂੰ ਯਾਦ ਰੱਖਣ ਦਾ ਤਰੀਕਾ ਦੱਸ ਦਿੰਦੀ ਆ। ਜੇਕਰ ਤੁਸੀਂ ਅਫਰੀਕਾ ਦੇ 3 ਤਰ੍ਹਾਂ ਦੇ ਘਾਹ ਯਾਦ ਰੱਖਣੇ ਆ, ਸਵਾਨਾ, ਪ੍ਰੇਰੀਜ਼ ਤੇ ਵੇਲਡ, ਇਹ ਤਿੰਨੇ ਤਰ੍ਹਾਂ ਦੇ ਘਾਹ ਅਫਰੀਕਾ ਦੇ ਵਿੱਚ ਪਾਏ ਜਾਂਦੇ ਆ। ਜਿਹੜਾ ਸਵਾਨਾ ਵਾ ਉਹ ਪੂਰਬੀ ਅਫਰੀਕਾ ਦੇ ਵਿੱਚ ਆ, ਉਹ ਊਸ਼ਣ ਕਟਿਬੰਧੀ ਦੀ ਕੈਟਾਗਰੀ ਵਿੱਚ ਆਉਂਦਾ। ਜਿਹੜਾ ਪ੍ਰੇਰੀਜ਼ ਆ ਇਹ ਉੱਤਰੀ ਅਫਰੀਕਾ ਦੇ ਵਿੱਚ, ਉੱਤਰੀ ਅਫਰੀਕਾ ਵਾਲੀ ਸਾਈਡ ਪੈਂਦਾ, ਇਹ ਸ਼ੀਤ ਊਸ਼ਣ ਕਟਿਬੰਧੀ ਕੈਟਾਗਰੀ ਦੇ ਵਿੱਚ ਆਉਂਦਾ। ਵੇਲਡ ਵੀ ਸ਼ੀਤ ਊਸ਼ਣ ਕਟਿਬੰਧੀ ਦੀ ਕੈਟਾਗਰੀ ਦੇ ਵਿੱਚ ਆਉਂਦਾ, ਦੱਖਣੀ ਅਫਰੀਕਾ ਦੇ ਵਿੱਚ। ਕਲੀਅਰ? ਉਸ ਤੋਂ ਬਾਅਦ ਸਟੈਪੀ, ਜਿਹੜਾ ਸਟੈਪੀ ਆ ਇਹ ਮੱਧ ਏਸ਼ੀਆ ਦੇ ਵਿੱਚ ਆਉਂਦਾ, ਸ਼ੀਤ ਊਸ਼ਣ ਕਟਿਬੰਧੀ ਘਾਹ ਦੀ ਕੈਟਾਗਰੀ ਦੇ ਵਿੱਚ। ਡਾਨ ਜਿਹੜਾ ਘਾਹ ਵਾ ਇਹ ਆਸਟ੍ਰੇਲੀਆ ਦੇ ਵਿੱਚ ਆਉਂਦਾ। ਡਾਨ ਘਾਹ ਜਿਹੜਾ ਜੀ ਇਹ ਕਿੱਥੇ ਆਉਂਦਾ ਵਾ? ਆਸਟ੍ਰੇਲੀਆ ਦੇ ਵਿੱਚ ਆਉਂਦਾ। ਤੇ ਜਿੰਨਾ ਬੱਚਿਆਂ ਨੇ ਇਹ ਸਾਰਾ ਕੰਟੈਂਟ ਮਿਲਿਆ ਬੱਚਿਆਂ ਨੂੰ ਐਪ ਤੇ ਓਨਲੀ 1000 ਰੁਪਏ ਦੇ ਨੋਟਸ ਦੇ ਨਾਲ, ਜਿਹੜੇ ਬੱਚੇ ਲੈਣਾ ਚਾਹੁੰਦੇ ਅਜੇ ਵੀ ਵੇਲਾ ਸਾਡੇ ਹੱਥ 'ਚ ਲੈ ਸਕਦੇ ਹੋ ਤੁਸੀਂ, ਠੀਕ ਹੈ ਜੀ। ਤੇ ਇਹ ਘਾਹ ਦੇ ਮੈਦਾਨ ਭੁੱਲਣੇ ਨਹੀਂ ਆ, ਬਹੁਤ ਜ਼ਿਆਦਾ ਇੰਪੋਰਟੈਂਟ ਆ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਅੱਗੇ ਨੈਕਸਟ ਪੇਜ ਤੇ। ਅਗਲਾ ਚੈਪਟਰ ਸਾਡਾ ਆ ਗਿਆ ਜੀ ਮਨੁੱਖੀ ਵਾਤਾਵਰਨ, ਬਸਤੀਆਂ ਤੇ ਮਾਰਗ ਸੰਚਾਰ। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ, ਚੈਪਟਰ 7ਵਾਂ, ਠੀਕ ਹੈ ਜੀ। ਵੇਖੋ ਜੀ, ਸਥਾਈ ਬਸਤੀਆਂ ਕੀ ਹੁੰਦੀਆਂ ਵਾ? ਜਿਹੜੀਆਂ ਪੱਕੀਆਂ ਬਸਤੀਆਂ ਹੁੰਦੀਆਂ ਉਹਨਾਂ ਨੂੰ ਅਸੀਂ ਸਥਾਈ ਬਸਤੀਆਂ ਕਹਿੰਦੇ ਆ। ਅਸਥਾਈ ਬਸਤੀਆਂ ਕਿਹੜੀਆਂ ਹੁੰਦੀਆਂ ਵਾ? ਜਿਹੜੀਆਂ ਮੌਸਮ ਦੇ ਅਨੁਸਾਰ ਬਦਲਦੀਆਂ ਰਹਿੰਦੀਆਂ ਇੱਕ ਥਾਂ ਤੋਂ ਦੂਜੀ ਥਾਂ ਤੇ। ਕਹਿੰਦੇ ਆਰੰਭਿਕ ਬਸਤੀਆਂ ਸਿੰਧ ਨਦੀ, ਨੀਲ ਨਦੀ ਤੇ ਵਸੀਆਂ ਸੀ। ਕਹਿੰਦੇ ਇਹਨਾਂ ਦੇ ਕਿਨਾਰੇ ਬਸੀਆਂ ਸਨ ਕਿਉਂਕਿ ਮਨੁੱਖ ਨੂੰ ਜਿਉਂਦੇ ਰਹਿਣ ਲਈ ਕਿਹਦੀ ਲੋੜ ਸੀ? ਪਾਣੀ ਦੀ ਜ਼ਰੂਰਤ ਸੀ। ਇਸ ਕਰਕੇ ਉੱਥੇ ਭੂਮੀ ਵੀ ਉਪਜਾਊ ਸੀ, ਸਾਰੀਆਂ ਲੋੜਾਂ ਦੀ ਪੂਰਤੀ ਹੁੰਦੀ ਸੀ। ਜੇਕਰ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਵੇ ਵੀ ਆਰੰਭਿਕ ਬਸਤੀਆਂ ਕਿੱਥੇ ਵਸੀਆਂ ਸੀ, ਤਾਂ ਸਿੰਧ ਨਦੀ ਤੇ ਨੀਲ ਨਦੀ ਨੂੰ ਤੁਸੀਂ ਨਹੀਂ ਭੁੱਲਣਾ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਜੀ ਬਸਾਵ ਸਥਾਨ ਕਿਹੜੇ ਹੁੰਦੇ ਆ? ਮੋਸਟ ਇੰਪੋਰਟੈਂਟ, ਬਸਾਵ ਸਥਾਨ ਕਿਹੜੇ ਹੁੰਦੇ ਆ? ਜਿੱਥੇ ਬਸਤੀਆਂ ਆ ਕੇ ਵਸਦੀਆਂ ਨੇ ਇਹਨਾਂ ਨੂੰ ਬਸੇਵੇ ਲਈ ਚਾਰ ਮਤਲਬ ਬਸਾਵ ਦਾ ਮਤਲਬ ਆ ਕੇ ਵਸ ਜਾਣਾ। ਹੁਣ ਜਿੱਥੇ ਜਾ ਕੇ ਬਸਤੀਆਂ ਵਸਣਗੀਆਂ ਉੱਥੇ 4 ਚੀਜ਼ਾਂ ਜੇਕਰ ਹੈਗੀਆਂ ਤਾਂ ਉੱਥੇ ਪੱਕੇ ਤੌਰ ਤੇ ਉਹ ਰਹਿ ਲੈਣਗੇ। ਕਿਵੇਂ? ਇੱਕ ਤਾਂ ਅਨੁਕੂਲ ਜਲਵਾਯੂ ਆ, ਜਿੱਦਾਂ ਦੀ ਜਲਵਾਯੂ ਉਹਨਾਂ ਨੂੰ ਚਾਹੀਦੀ ਆ ਉੱਦਾਂ ਦੀ ਉੱਥੇ ਜਲਵਾਯੂ ਮਿਲ ਗਈ ਆ। ਪਾਣੀ ਦੀ ਉਪਲਬਧਤਾ ਹੈਗੀ ਆ, ਉਪਯੁਕਤ ਭੂਮੀ ਹੈਗੀ ਆ, ਮਿੱਟੀ ਉਪਜਾਊ ਆ, ਤੇ ਫਿਰ ਰਾਜੇ ਕਿਉਂ ਨਾ ਉਹ ਪੱਕੀਆਂ ਬਸਤੀਆਂ ਬਣਾ ਕੇ ਰਹਿਣਗੇ, ਬਿਲਕੁਲ ਰਹਿਣਗੇ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਅੱਗੇ ਆ ਜਾਓ ਸ਼ਹਿਰੀ ਬਸਤੀਆਂ। ਜੋ ਲੋਕ ਸ਼ਹਿਰਾਂ ਵਿੱਚ ਕੰਮ ਕਰਦੇ ਆ ਉਹ ਉੱਥੇ ਹੀ ਰਹਿਣ ਲੱਗ ਪੈਂਦੇ, ਸ਼ਹਿਰੀ ਬਸਤੀਆਂ, ਠੀਕ ਆ, ਉਹਨਾਂ ਨੂੰ ਕਹਿ ਦਿੰਦੇ ਆ। ਗ੍ਰਾਮੀਣ ਬਸਤੀਆਂ ਪਿੰਡਾਂ ਵਿੱਚ ਹੁੰਦੀਆਂ ਵਾ, ਇਹ ਨੇੜੇ ਵੀ ਹੋ ਸਕਦੀਆਂ ਤੇ ਦੂਰ ਦੂਰ ਵੀ, ਮਤਲਬ ਇੱਕ ਇੱਥੇ ਤੇ ਜਾਂ ਫਿਰ ਇਕੱਠੀਆਂ ਵੀ ਹੋ ਸਕਦੀਆਂ, ਠੀਕ ਹੈ ਜੀ, ਇਸ ਤਰੀਕੇ ਦੇ ਨਾਲ।
ਉਸ ਤੋਂ ਬਾਅਦ ਤੁਸੀਂ ਆ ਜਾਓ ਜੀ ਅੱਗੇ ਨੈਕਸਟ ਪੇਜ ਤੇ। ਅੱਗੇ ਕਹਿੰਦੇ ਵੀ ਪਾਣੀ ਵਾਲੀ ਥਾਂ ਉੱਚੀਆਂ ਬਸਤੀਆਂ ਮਤਲਬ ਪਾਣੀ ਵਾਲਾ ਏਰੀਆ ਜਿੱਥੇ ਪਾਣੀ ਆ ਉੱਥੇ ਉਹ ਬਸਤੀਆਂ ਉੱਚੀਆਂ ਬਣਾਉਣਗੇ। ਠੀਕ ਆ, ਹੁਣ ਉੱਚੀਆਂ ਬਸਤੀਆਂ ਬਣਾਉਣੀਆਂ ਜਾਂ ਕੋਈ ਉੱਚਾ ਪਲੇਟਫਾਰਮ ਬਣਾਉਣਾ, ਉਹਦੇ ਲਈ ਉਹ ਸਕਿਲਟ ਦਾ ਪ੍ਰਯੋਗ ਕਰਨਗੇ। ਇਦਾਂ ਦੇ ਸ਼ਬਦ ਜਿਹੜੇ ਅੱਜ ਤੱਕ ਤੁਸੀਂ ਪੇਪਰ 'ਚ ਪੜ੍ਹ ਕੇ ਨਹੀਂ ਗਏ, ਇਦਾਂ ਦਾ ਕੰਟੈਂਟ ਮੈਂ ਤੁਹਾਨੂੰ ਡਿਲੀਵਰ ਕਰ ਰਹੀ ਹਾਂ। ਜੇਕਰ ਤੁਹਾਨੂੰ ਉੱਥੇ ਇਹ ਆ ਜਾਵੇ ਵੀ ਸਕਿਲਟ ਕੀ ਆ, ਹੁਣ ਆਨਸਰ ਬੱਚੇ ਕਿਹੜਾ ਚੁਣਨਗੇ? ਜਿਨ੍ਹਾਂ ਨੇ ਪੜ੍ਹਿਆ ਵੀ ਪਾਣੀ ਵਾਲੀਆਂ ਥਾਵਾਂ ਤੇ ਉੱਚੀਆਂ ਬਸਤੀਆਂ ਬਣਾਉਣ ਦਾ ਇੱਕ ਵਰਤਣਯੋਗ ਕੋਈ ਏਦਾਂ ਦੀ ਕਾਢ ਆ ਜਾਂ ਏਦਾਂ ਦੀ ਕੋਈ ਜੁਗਤੀ ਆ ਜਿਹਨੂੰ ਅਸੀਂ ਸਕਿਲਟ ਦੇ ਨਾਮ ਨਾਲ ਜਾਣਦੇ ਹਾਂ। ਕਹਿੰਦੇ ਗਰਮ ਖੇਤਰ ਵਿੱਚ ਮਿੱਟੀ ਦੀ ਮੋਟੀ ਪਰਤ ਵਾਲੀ ਛੱਤ ਜਿਹੜੀ ਆ ਬਣਾਈ ਜਾਂਦੀ ਆ ਤਾਂ ਕਿ ਬਸਤੀਆਂ ਅੰਦਰੋਂ ਠੰਡੀਆਂ ਰਹਿਣ। ਠੀਕ ਹੈ ਜੀ। ਰੁੱਤ ਪ੍ਰਵਾਸ ਕੀ ਆ? ਕਹਿੰਦੇ ਉਹ ਲੋਕ ਜੋ ਪਸ਼ੂ ਪਾਲਦੇ ਆ, ਇਹ ਇੱਕ ਥਾਂ ਤੋਂ ਦੂਜੀ ਥਾਂ ਤੇ ਚਲ ਜਾਂਦੇ ਆ, ਜਿਵੇਂ ਗੁੱਜਰ ਲੋਕ। ਠੀਕ ਆ, ਇਹਨੂੰ ਅਸੀਂ ਰੁੱਤ ਪ੍ਰਵਾਸ ਕਹਿੰਦੇ ਆ। ਰੁੱਤ ਪ੍ਰਵਾਸ ਮਤਲਬ ਰੁੱਤ ਦੇ ਅਨੁਸਾਰ ਪ੍ਰਵਾਸ ਕਰ ਦੇਣਾ, ਕਿਉਂਕਿ ਉਹ ਵਿਚਾਰੇ ਪਸ਼ੂ ਪਾਲਦੇ ਆ, ਜਿੱਥੇ ਜਿੱਥੇ ਘਾਹ ਹੋਊਗਾ ਉੱਥੇ ਉੱਥੇ ਚਲਦੇ ਜਾਣਗੇ। ਠੀਕ ਹੈ ਜੀ। ਪਰਿਵਹਿਨ ਕੀ ਆ? ਪਰਿਵਹਿਨ ਕੀ ਆ ਜੀ? ਇਹਦੇ ਵਿੱਚ ਸਾਡਾ ਰੇਲ ਮਾਰਗ, ਸੜਕ ਮਾਰਗ ਤੇ ਜਲ ਮਾਰਗ ਆ ਜਾਂਦਾ ਵਾ। ਲੋਕੀ ਸਮਾਨ ਦੀ ਢੋਆ ਢੁਆਈ ਦੇ ਲਈ ਗਧੇ, ਬੈਲ, ਊਠ, ਖੱਚਰ ਇਹਨਾਂ ਜਾਨਵਰਾਂ ਦੀ ਵਰਤੋਂ ਜਿਹੜੀ ਸੀ ਕਰਦੇ ਸੀ ਪਹਿਲਾਂ ਕਿਉਂਕਿ ਉਦੋਂ ਆਪਣਾ ਹੈ ਨਹੀਂ ਸੀ ਟੈਕਨੋਲੋਜੀ ਇੰਨੀ, ਕਾਰਾਂ ਕੂਰਾਂ, ਗੱਡੀਆਂ, ਬੱਸਾਂ ਇਹ ਤਾਂ ਬਾਅਦ ਵਿੱਚ ਆਈਆਂ ਏ। ਗਧੇ, ਬੈਲ, ਊਠ, ਖੱਚਰ ਇਹਨਾਂ ਜਾਨਵਰਾਂ ਦੇ ਢੋਆ ਢੁਆਈ ਦੀ ਲੋਕੀ ਵਰਤੋਂ ਜਿਹੜੀ ਸੀ ਉਹ ਕਰਦੇ ਸੀ। ਕਹਿੰਦੇ ਹੁਣ ਲਾਮਾ ਇੱਕ ਪਸ਼ੂ ਦਾ ਨਾਮ ਆ। ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਾਨੂੰ ਬਹੁਤ ਪੁੱਛੀਆਂ ਜਾਂਦੀਆਂ, ਜਿੱਦਾਂ ਮੈਰੀਨਾ ਭੇਡ ਦੀ ਪ੍ਰਜਾਤੀ ਸਾਡੇ ਟੈਟ ਦੇ ਪੇਪਰ ਵਿੱਚ ਪੁੱਛੀ ਗਈ ਸੀ। ਜੇਕਰ ਤੁਹਾਨੂੰ ਲਾਮਾ ਪਸ਼ੂ ਦਾ ਨਾਮ ਪੁੱਛ ਲਿਆ ਜਾਵੇ ਤਾਂ ਰਾਜੇ ਦੱਖਣੀ ਅਫਰੀਕਾ ਦੇ ਵਿੱਚ ਸਮਾਨ ਦੀ ਢੋਆ ਢੁਆਈ ਦੇ ਲਈ ਲੋਕੀ ਇਸ ਪਸ਼ੂ ਤੇ ਆਪਣਾ ਸਮਾਨ ਲੱਦ ਕੇ ਜਿਹੜਾ ਵਾ ਇੱਧਰ ਉੱਧਰ ਲੈ ਕੇ ਜਾਂਦੇ ਆ। ਲਾਮਾ ਪਸ਼ੂ ਦਾ ਨਾਮ ਆ ਦੱਖਣੀ ਅਫਰੀਕਾ ਦੇ ਵਿੱਚ। ਠੀਕ ਹੈ ਜੀ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਕਹਿੰਦੇ ਤਿੱਬਤ ਦੇ ਵਿੱਚ ਢੋਆ ਢੁਆਈ ਦੇ ਲਈ ਗਧੇ ਦੀ ਵਰਤੋਂ ਕੀਤੀ ਜਾਂਦੀ ਆ। ਤਿੱਬਤ ਤੇ ਲਦਾਖ ਦੇ ਵਿੱਚ ਵੀ ਗਧੇ ਦੀ ਵਰਤੋਂ ਕੀਤੀ ਜਾਂਦੀ ਆ। ਠੀਕ ਹੈ ਜੀ। ਹਵਾਈ ਜਹਾਜ਼ ਰਾਹੀਂ ਯੂਰਪ ਦੀ ਯਾਤਰਾ, ਜੇਕਰ ਆਪਾਂ ਭਾਰਤ ਤੋਂ ਹਵਾਈ ਜਹਾਜ਼ ਦੀ ਯਾਤਰਾ ਕਰਨੀ ਚਾਹੁੰਦੇ ਆ ਯੂਰਪ ਤੱਕ ਦੀ, ਤਾਂ ਕਿੰਨਾ ਸਮਾਂ ਲੱਗਦਾ ਜੀ? ਭਾਰਤ ਤੋਂ 6 ਤੋਂ 8 ਘੰਟੇ ਦਾ ਸਮਾਂ ਜਿਹੜਾ ਉਹ ਲੱਗਦਾ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਠੀਕ ਹੈ ਜੀ। ਉਸ ਤੋਂ ਬਾਅਦ ਆ ਗਏ ਜੀ ਭਾਰਤ ਦੇ ਰਾਸ਼ਟਰੀ ਰਾਜਮਾਰਗ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਡਾਟਾ ਆ ਜੀ। ਇਸ ਵਿੱਚ ਐਕਸਪ੍ਰੈਸ ਨਵੀਨ ਆ, ਦਿੱਲੀ ਤੋਂ ਮੁੰਬਈ ਤੇ ਕਲਕੱਤੇ ਨੂੰ ਜੋੜਦੀ ਆ। ਐਕਸਪ੍ਰੈਸ ਜਿਹੜੀ ਆ ਜੀ ਇਹ ਨਿਊ ਆ। ਇਹ ਭਾਰਤ ਦਾ ਰਾਸ਼ਟਰੀ ਰਾਜਮਾਰਗ ਨਿਊ ਆ। ਦਿੱਲੀ ਤੋਂ ਮੁੰਬਈ ਤੇ ਕਲਕੱਤੇ ਨੂੰ ਜਿਹੜਾ ਵਾ ਇਹ ਆਪਸ ਦੇ ਵਿੱਚ ਜੋੜਦਾ। ਹਿਮਾਲਿਆ ਖੇਤਰ ਦਾ ਸੜਕ ਮਾਰਗ, ਮਨਾਲੀ ਲੇਹ ਜਿਹੜਾ ਵਾ ਉਹ ਹਿਮਾਲਿਆ ਦਾ ਸੜਕ ਮਾਰਗ ਆ। ਇਹ ਸਭ ਤੋਂ ਉੱਚਾ, ਮਤਲਬ ਵੇਖੋ ਜੀ ਸਾਡੇ ਭਾਰਤ ਨੂੰ ਅਜਿਹਾ ਮਾਣ ਪ੍ਰਾਪਤ ਆ। ਸਾਡੇ ਹਿਮਾਲਿਆ ਖੇਤਰ ਦੇ ਵਿੱਚ ਜਿਹੜਾ ਮਨਾਲੀ ਲੇਹ ਆ ਉਹ ਪੂਰੇ ਵਿਸ਼ਵ ਦਾ ਉੱਚਾ ਸੜਕ ਮਾਰਗ ਆ। ਮਨਾਲੀ ਲੇਹ ਵਾਲਾ ਹਿਮਾਲਿਆ ਖੇਤਰ ਦੇ ਵਿੱਚ ਪੈਂਦਾ। ਠੀਕ ਹੈ ਜੀ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਤੁਸੀਂ ਆ ਜਾਓ ਪੇਜ ਨੰਬਰ 29 ਤੇ। ਪੇਜ ਨੰਬਰ ਜਿਹੜਾ ਜੀ ਸਾਡਾ 29 ਉਹ ਆ ਗਿਆ ਜੀ ਰੇਲ ਮਾਰਗ। ਠੀਕ ਹੈ, ਰੇਲ ਮਾਰਗ ਦਾ ਵਿਸ਼ਵ ਦਾ ਸਭ ਤੋਂ ਵੱਡਾ ਰੇਲ ਮਾਰਗ ਟਰਾਂਸ ਸਾਈਬੇਰੀਅਨ ਰੇਲ ਮਾਰਗ। ਮੋਸਟ ਇੰਪੋਰਟੈਂਟ, ਵਿਸ਼ਵ ਦਾ ਸਭ ਤੋਂ ਵੱਡਾ ਰੇਲ ਮਾਰਗ ਟਰਾਂਸ ਸਾਈਬੇਰੀਅਨ ਰੇਲ ਮਾਰਗ ਆ। ਇਹ ਪੱਛਮੀ ਰੂਸ ਤੋਂ ਲੈ ਕੇ ਸ਼ਾਂਤ ਮਹਾਸਾਗਰ, ਠੀਕ ਆ, ਪ੍ਰਸ਼ਾਂਤ ਵੀ ਕਹਿ ਦਿੰਦੇ ਆ, ਸ਼ਾਂਤ ਵੀ ਕਹਿ ਦਿੰਦੇ ਆ, ਪੱਛਮੀ ਰੂਸ ਤੋਂ ਲੈ ਕੇ ਸ਼ਾਂਤ ਮਹਾਸਾਗਰ ਤੱਕ ਆ। ਠੀਕ ਹੈ ਜੀ। ਕਹਿੰਦੇ ਜੁਆਇਨਿੰਗ ਤੋਂ ਲੈ ਕੇ ਲਹਾਂਸਾ, ਜੁਆਇਨਿੰਗ ਤੋਂ ਲੈ ਕੇ ਲਹਾਂਸਾ ਤੱਕ ਚੱਲਣ ਵਾਲੀ ਰੇਲ ਗੱਡੀ ਸਮੁੰਦਰੀ ਤਲ ਤੋਂ 4000 ਕਿਲੋਮੀਟਰ ਦੀ ਉਚਾਈ ਤੇ ਚੱਲਦੀ ਆ। ਮੋਸਟ ਇੰਪੋਰਟੈਂਟ, ਪੇਪਰ ਦੇ ਵਿੱਚ ਕੁਐਸਚਨ ਕਿੱਦਾਂ ਆਊਗਾ? ਜੁਆਇਨਿੰਗ ਤੋਂ ਲੈ ਕੇ ਲਹਾਂਸਾ ਤੱਕ ਚੱਲਣ ਵਾਲੀ ਰੇਲ ਗੱਡੀ ਕਿੰਨੇ ਕਿਲੋਮੀਟਰ ਦੀ ਉਚਾਈ ਤੇ ਚੱਲਦੀ ਆ? ਆਂਸਰ ਆਊਗਾ ਜੀ 4000 ਕਿਲੋਮੀਟਰ ਦੀ ਉਚਾਈ ਤੇ ਚੱਲਦੀ ਆ। ਮਾੜੀ ਮੋਟੀ ਉਚਾਈ ਨਹੀਂ ਗੀ, ਇਸੇ ਕਰਕੇ ਤਾਂ ਪੁਆਇੰਟ ਇੰਪੋਰਟੈਂਟ ਆ। ਇਸ ਦਾ ਸਭ ਤੋਂ ਉੱਚਾ ਬਿੰਦੂ ਸਮੁੰਦਰੀ ਤਲ ਤੋਂ 50,072 ਮੀਟਰ, ਸੌਰੀ 50 ਨਹੀਂ 5072 ਮੀਟਰ ਦੀ ਉਚਾਈ ਤੇ ਆ। ਠੀਕ ਹੈ ਜੀ।
ਡੀਜ਼ਲ ਇੰਜਣਾਂ ਦੀ ਥਾਂ ਵਾਸਪੀ ਇੰਜਣਾਂ ਨੇ ਲੈ ਲਈ ਆ। ਪਹਿਲਾਂ ਡੀਜ਼ਲ ਇੰਜਣ ਸੀ, ਹੁਣ ਵਾਸਪੀ ਇੰਜਣ ਆ ਗਏ। ਕਹਿੰਦੇ ਏਸ਼ੀਆ ਮਹਾਦੀਪ ਦੇ ਰੇਲ ਮਾਰਗ ਸਭ ਤੋਂ ਵੱਧ ਵਿਕਸਿਤ ਆ। ਏਸ਼ੀਆ ਮਹਾਦੀਪ ਦੇ ਜਿਹੜੇ ਰੇਲ ਮਾਰਗ ਉਹ ਸਭ ਤੋਂ ਜ਼ਿਆਦਾ ਵਿਕਸਿਤ ਆ। ਹੁਣ ਇਹਦੇ ਵਿੱਚ ਸਾਡਾ ਭਾਰਤ ਵੀ ਤਾਂ ਆਉਂਦਾ ਵਾ। ਸਾਡੇ ਭਾਰਤ ਦੇ ਰੇਲ ਮਾਰਗ ਬਹੁਤ ਜ਼ਿਆਦਾ ਡਿਵੈਲਪ ਜਿਹੜੇ ਆ ਉਹ ਹੋ ਚੁੱਕੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਓ ਜੀ ਇੰਪੋਰਟੈਂਟ ਜਲ ਮਾਰਗ। ਦੋ ਜਲ ਮਾਰਗ ਜਿਹੜੇ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਜੀ। ਅੰਤਰ ਅਦੇਸ਼ੀਆ ਜਲ ਮਾਰਗ ਬਹੁਤ ਜ਼ਿਆਦਾ ਇੰਪੋਰਟੈਂਟ ਆ, ਜੋ ਸਿਰਫ ਨਦੀਆਂ ਤੇ ਝੀਲਾਂ ਤੱਕ ਹੀ ਸੀਮਤ ਆ। ਸਿਰਫ ਨਦੀਆਂ ਤੇ ਝੀਲਾਂ ਤੱਕ ਹੀ ਸੀਮਤ ਆ ਅੰਤਰ ਅਦੇਸ਼ੀਆ ਜਲ ਮਾਰਗ। ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਜੀ ਸਮੁੰਦਰੀ ਜਲ ਮਾਰਗ। ਵੇਖੋ ਜੀ ਇਹ ਹੈਗਾ ਜੀ, ਇਹ ਮਹਾਸਾਗਰਾਂ ਵਿੱਚ ਹੁੰਦੇ ਹਨ, ਇਹ ਵੱਡੇ ਹੁੰਦੇ ਹਨ, ਇਹ ਇੱਕ ਦੇਸ਼ ਤੋਂ ਦੂਜੇ ਦੇਸ਼ ਤੇ ਵਪਾਰ ਕਰਨ ਲਈ ਸਮੁੰਦਰੀ ਜਲ ਮਾਰਗਾਂ ਦੀ ਵਰਤੋਂ ਹੁੰਦੀ। ਮਤਲਬ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਵਪਾਰ ਕਰਨਾ ਤਾਂ ਸਮੁੰਦਰੀ ਜਲ ਮਾਰਗ ਰਾਹੀਂ। ਵਾਸਕੋ ਡੀ ਗਾਮਾ ਇਹਦਾ ਇਤਿਹਾਸ ਆ। ਠੀਕ ਹੈ ਜੀ। ਏਸ਼ੀਆ ਵਿੱਚ ਸਿੰਗਾਪੁਰ ਤੋਂ ਲੈ ਕੇ ਮੁੰਬਈ ਤੱਕ, ਉੱਤਰੀ ਅਮਰੀਕਾ ਵਿੱਚ ਨਿਊਯਾਰਕ ਤੋਂ ਲੈ ਕੇ ਲਾਸ ਏਂਜਲ ਤੱਕ। ਠੀਕ ਹੈ ਜੀ। ਇਹ ਸਮੁੰਦਰੀ ਜਲ ਮਾਰਗ ਆ। ਸਮੁੰਦਰੀ ਜਲ ਮਾਰਗ ਸਿੰਗਾਪੁਰ ਤੋਂ ਮੁੰਬਈ ਤੱਕ ਵਪਾਰ ਚੱਲਦਾ ਸਮੁੰਦਰੀ ਜਹਾਜ਼ਾਂ ਦੇ ਜ਼ਰੀਏ। ਉੱਤਰੀ ਅਮਰੀਕਾ ਤੋਂ ਲੈ ਕੇ ਨਿਊਯਾਰਕ ਨਾਲ ਲਾਸ ਏਂਜਲ ਤੱਕ ਸਮੁੰਦਰੀ ਜਹਾਜ਼ਾਂ ਦੇ ਜ਼ਰੀਏ ਵਪਾਰ ਚੱਲਦਾ। ਦੱਖਣੀ ਅਮਰੀਕਾ ਵਿੱਚ ਰੀ ਡੀ ਜੈਨਰੀਓ ਤੱਕ ਜਿਹੜਾ ਵਾ ਸਮੁੰਦਰੀ ਜਹਾਜ਼ਾਂ ਰਾਹੀਂ ਜਿਹੜਾ ਵਪਾਰ ਆ ਉਹ ਚੱਲਦਾ ਜੀ। ਠੀਕ ਹੈ ਜੀ। ਅਮਰੀਕਾ ਵਿੱਚ ਡਰਬਨ ਤੋਂ ਲੈ ਕੇ ਕਪਟਾਊਨ ਤੱਕ। ਠੀਕ ਆ ਬਈ, ਇਹ ਯਾਦ ਰੱਖਣੇ ਪੈਣੇ, ਇਹਨਾਂ ਵਿੱਚ ਕੋਈ ਸਮਝਾਉਣ ਵਾਲੀ ਚੀਜ਼ ਹੈ ਨਹੀਂ। ਜਲ ਮਾਰਗ ਆ ਇਹ। ਠੀਕ ਆ। ਅਮਰੀਕਾ ਵਿੱਚ ਡਰਬਨ ਤੋਂ ਲੈ ਕੇ ਕਪਟਾਊਨ ਤੱਕ। ਠੀਕ ਆ। ਡਰਬਨ ਤੋਂ ਲੈ ਕੇ ਕਪਟਾਊਨ ਤੱਕ ਸਮੁੰਦਰੀ ਜਹਾਜ਼ਾਂ ਰਾਹੀਂ ਵਪਾਰ ਚੱਲਦਾ। ਆਸਟ੍ਰੇਲੀਆ ਦਾ ਸਿਡਨੀ ਦੇ ਨਾਲ ਜਿਹੜਾ ਵਾ ਵਪਾਰ ਇੱਦਾਂ ਆਸਟ੍ਰੇਲੀਆ ਦੇ ਵਿੱਚ ਸਿਡਨੀ ਤੱਕ ਜਿਹੜੇ ਆ ਵਿਸ਼ਵ ਦੇ ਸਮੁੰਦਰੀ ਜਹਾਜ਼ ਜਿਹੜੇ ਆ ਚੱਲਦੇ ਆ, ਤੇ ਯੂਰਪ ਦਾ ਲੰਡਨ ਦੇ ਨਾਲ। ਕਲੀਅਰ ਜੀ। ਕਲੀਅਰ। ਉਸ ਤੋਂ ਬਾਅਦ ਤੁਸੀਂ ਆ ਜਾਓ ਵਾਯੂ ਮਾਰਗ। ਵਾਯੂ ਮਾਰਗ ਜਿਹੜਾ ਵਾ ਕਿਹੜੀ ਸਦੀ ਦੇ ਵਿੱਚ ਆਰੰਭ ਹੋਇਆ ਸੀ? ਠੀਕ ਆ, 20ਵੀਂ ਸਦੀ ਦੇ ਵਿੱਚ ਆਰੰਭ ਹੋਇਆ ਸੀ ਜੀ। ਇਹ ਸਭ ਤੋਂ ਤੇਜ਼ ਮਾਰਗ ਆ, ਜਿੱਥੇ ਕਈ ਦਿਨ ਲੱਗਦੇ ਸੀ, ਹੁਣ ਅਸੀਂ ਕੁਝ ਘੰਟਿਆਂ ਵਿੱਚ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚ ਜਾਂਦੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਪੇਜ ਨੰਬਰ 30 ਤੇ। ਤਾਂ ਮੈਨੂੰ ਲੱਗਦਾ ਵੀ ਆਪਣੇ 15 ਕੁ ਪੇਜ 14 ਪੇਜ ਹੋਰ ਰਹਿ ਗਏ। ਠੀਕ ਹੈ ਜੀ। ਦੇਖ ਲੈਂਦੇ ਆਪਾਂ ਅੱਗੇ ਚੈਪਟਰ। ਪਹਿਲਾਂ ਆਪਾਂ ਆ ਕੰਪਲੀਟ ਕਰ ਲਈਏ। ਠੀਕ ਹੈ ਜੀ। ਕਹਿੰਦੇ ਮੌਸਮ ਨਾਲ ਪ੍ਰਭਾਵਿਤ ਹੁੰਦੇ ਆ। ਮਤਲਬ ਜਹਾਜ਼ ਮੌਸਮ ਦੇ ਨਾਲ ਪ੍ਰਭਾਵਿਤ ਹੁੰਦੇ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਮਹੱਤਵਪੂਰਨ ਹਵਾਈ ਮਾਰਗ ਸਾਡਾ ਭਾਰਤ ਦਾ ਦਿੱਲੀ, ਮੁੰਬਈ, ਨਿਊਯਾਰਕ, ਪੈਰਿਸ, ਲੰਡਨ, ਫਰੈਂਕਫਰਟ, ਇਹ ਜਿਹੜੇ 6 ਹਵਾਈ ਮਾਰਗ ਆ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਸਾਡੇ ਭਾਰਤ ਦਾ। ਦਿੱਲੀ ਵੀ ਜਨ ਸੰਪਰਕ ਮਾਧਿਅਮ, ਜਨਤਾ ਦੇ ਨਾਲ ਸੰਪਰਕ ਕਰਨ ਵਾਲੇ। ਇਹਦੇ ਵਿੱਚ ਸਮਾਚਾਰ ਪੱਤਰ ਆ ਗਿਆ, ਰੇਡੀਓ ਆ ਗਿਆ, ਟੈਲੀਵਿਜ਼ਨ ਆ ਗਿਆ, ਸੈਲੂਲਰ ਫੋਨ, ਇਹ ਟੈਲੀਫੋਨ ਦਾ ਇੱਕ ਸੰਚਾਰ ਆ ਜੀ। ਠੀਕ ਹੈ ਜੀ। ਇਹ ਕੀ ਆ ਜੀ? ਟੈਲੀਫੋਨ ਦਾ ਇੱਕ ਸੰਚਾਰ ਆ। ਠੀਕ ਆ। ਸੈਟੇਲਾਈਟ, ਸੁਪਰਫੈਕਟ, ਇਹਦੇ ਨਾਲ ਸੈਟੇਲਾਈਟ ਕਾਹਦੇ ਲਈ ਵਰਤੇ ਜਾਂਦੇ ਆ? ਮੌਸਮ ਦੀਆਂ ਗਤੀਵਿਧੀਆਂ ਦੱਸਦਾ। ਹੁਣ ਆਪਾਂ ਮੋਬਾਈਲ ਤੇ ਦੇਖ ਲੈਂਦੇ ਆ, ਇੰਨੇ ਦਿਨਾਂ ਨੂੰ ਮੀਂਹ ਪਊਗਾ, ਹਨੇਰੀ ਆਊਗੀ, ਆ ਹੋਊਗਾ, ਉਹ ਹੋਊਗਾ, ਗਰਮੀ ਹੋਊਗੀ, ਇੰਨਾ ਟੈਂਪਰੇਚਰ ਹੋਊਗਾ। ਇਹ ਸਾਰਾ ਕੁਝ ਕਿਹਦੇ ਜ਼ਰੀਏ ਸੰਭਵ ਆ? ਸੈਟੇਲਾਈਟ ਦੇ ਜ਼ਰੀਏ ਸੰਭਵ ਆ ਜੀ। ਠੀਕ ਆ ਜੀ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਆ ਗਿਆ ਜੀ, ਆਪਾਂ ਨਾ ਦੇਖ ਲਈਏ ਐਮਾਜ਼ੋਨ ਬੇਸਿਨ ਵਿੱਚ ਜੀਵਨ, ਇਹ ਰਹਿੰਦਾ ਆਪਣਾ। ਤਾਂ ਫਿਰ ਆਪਣਾ ਆ ਗਿਆ ਜੀ, ਅੱਛਾ ਇਹ ਚੱਲੀ ਜਾਂਦਾ ਐਮਾਜ਼ੋਨ ਬੇਸਿਨ ਦੇ ਵਿੱਚ ਜੀਵਨ, ਇਹ ਚੈਪਟਰ ਆਪਣਾ। ਫਿਰ ਆਪਣਾ ਹੈਗਾ ਜੀ ਗੰਗਾ ਬ੍ਰਹਮਪੁੱਤਰ ਬੇਸਿਨ ਵਿੱਚ ਜੀਵਨ। ਫਿਰ ਆਪਣਾ ਆ ਗਿਆ ਜੀ ਅੱਛਾ ਇਹੀ ਚੈਪਟਰ ਚੱਲੀ ਜਾਂਦੇ ਆ, 2 ਚੈਪਟਰ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਰੇਗਿਸਤਾਨ ਵਿੱਚ ਜੀਵਨ ਆ ਗਿਆ। ਤੇ ਹੋਰ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਠੰਡਾ ਰੇਗਿਸਤਾਨ ਲਦਾਖ ਆ ਗਿਆ। ਤੇ ਮਤਲਬ ਆਪਣੇ 3 ਕੁ ਚੈਪਟਰ ਹੈਗੇ ਹੋਰ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸੋ ਆਪਾਂ 3 ਦਿਨਾਂ ਦੇ ਵਿੱਚ 7ਵੀਂ ਕਲਾਸ ਦੀ ਜਿਓਗ੍ਰਾਫੀ ਨਿਬੇੜ ਲਾਂਗੇ। ਅੱਜ ਦੂਜਾ ਦਿਨ ਆ, ਕੱਲ ਦਾ ਦਿਨ ਵੀ ਆਪਾਂ ਲਾ ਲੈਂਦੇ। ਵੇਖੋ 3 ਦਿਨਾਂ ਦੇ ਵਿੱਚ 7ਵੀਂ ਕਲਾਸ ਦੀ NCERT ਦੀ ਜਿਓਗ੍ਰਾਫੀ ਆਪਾਂ ਨਿਬੇੜ ਦੇਣੀ ਆ। ਅੱਜ ਦੂਜਾ ਦਿਨ ਆ, ਕੱਲ ਦਾ ਦਿਨ ਵੀ ਲਾ ਲੈਂਦੇ ਆ। ਕੱਲ ਆਪਣੀ 7ਵੀਂ ਕਲਾਸ ਦੀ ਜਿਓਗ੍ਰਾਫੀ ਪੂਰੀ ਕੰਪਲੀਟ ਹੋ ਜੂਗੀ। ਸੋ ਅੱਜ ਜਿੰਨਾ ਵੀ ਕੰਟੈਂਟ ਕਰਵਾਇਆ, ਇਹਨੂੰ ਧਿਆਨ ਦੇ ਨਾਲ ਕੰਸਨਟਰੇਟ ਕਰਕੇ ਸਮਝਣਾ ਵਾ। ਜੇ ਕੋਈ ਤੁਹਾਨੂੰ ਲੱਗਦਾ ਥੋੜਾ ਜਿਹਾ ਕਲਾਸ ਖਤਮ ਹੋਣ ਤੋਂ ਬਾਅਦ
ਕੰਮ ਕਰਦੇ ਤੁਰਦੇ ਫਿਰਦੇ ਇਮੈਜੀਨੇਸ਼ਨ ਕਰਿਆ ਕਰੋ ਵੀ ਕਿਹੜੀ ਚੀਜ਼ ਤੁਹਾਨੂੰ ਯਾਦ ਆ। ਲੱਗਦਾ ਕੋਈ ਏਦਾਂ ਦਾ ਪੁਆਇੰਟ ਭੁੱਲ ਗਿਆ ਤਾਂ ਕਲਾਸ ਦੁਬਾਰਾ ਦੇਖ ਲਓ। ਜੇਕਰ ਤੁਹਾਡੇ ਕੋਲ ਨੋਟਸ ਆ, ਤੁਸੀਂ ਪੇਡ ਸਟੂਡੈਂਟ ਹੋ ਤਾਂ ਨੋਟਸ ਖੋਲ ਕੇ ਦੇਖ ਲਓ। ਬਹੁਤ ਵਧੀਆ ਤਿਆਰੀ ਏਦਾਂ ਤੁਹਾਡੀ ਹੋਊਗੀ। ਠੀਕ ਹੈ ਜੀ, ਏਦਾਂ ਹੀ ਸਪੋਰਟ ਦਿਖਾਉਂਦੇ ਰਹੋ। ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ, ਮਿਹਨਤਾਂ ਕਰਦੇ ਰਹੋ। ਜਿੰਨੀ ਮਿਹਨਤ ਮੈਂ ਕਰਦੀ ਹਾਂ ਤੁਹਾਡੀ ਵੀ ਬਦਲੇ ਵਿੱਚ ਓਨੀ ਕਰਨੀ ਬਣਦੀ, ਫਿਰ ਜਾ ਕੇ ਪੇਪਰ ਕਲੀਅਰ ਹੋਣਾ। ਇਹ ਨਹੀਂ ਹੈਗਾ ਕਿ ਜੇ ਮੈਂ ਕਹਤਾ ਮੇਰੇ ਨੋਟਸ ਲੈ ਲਓ, ਵਧੀਆ ਕੰਟੈਂਟ ਆ, ਤੁਸੀਂ ਉਹਨਾਂ ਨੂੰ ਹੱਥ ਨਹੀਂ ਲਾਇਆ ਤਾਂ ਇਹਦੇ ਵਿੱਚ ਫਿਰ ਮੇਰਾ ਕਸੂਰ ਕੋਈ ਨਹੀਂ ਹੈਗਾ। ਮਿਲਦੇ ਹਾਂ ਫਿਰ ਆਪਾਂ ਅਗਲੀ ਕਲਾਸ ਦੇ ਵਿੱਚ। 7ਵੀਂ ਕਲਾਸ ਦੀ ਜਿਓਗ੍ਰਾਫੀ ਦੇ ਕੱਢ ਦਾਂਗੇ ਆਪਾਂ ਝੰਡੇ। ਬਾਏ ਬਾਏ ਸਾਰਿਆਂ ਨੂੰ।